ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਰ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਟਰਕਿਆਣਾ 415 909 0503। ਊਡਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਜੀ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ ਊਡਾ ਡੈਟ ਰਿਲੀਫ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 408 272 5200 4082725200। ਪਹਿਲਾਂ ਹੀ ਜਿਹੜੇ ਅੱਜ ਦੱਸੇ ਜਾਈਏ, ਮਾਫੀ ਚਾਹੁੰਦੇ ਹਾਂ, ਅੱਜ ਕਾਲਸ ਜਿਹੜੀਆਂ ਤੁਹਾਡੇ ਸਰੋਤਿਆਂ ਦੀਆਂ ਅਸੀਂ ਨਹੀਂ ਲੈ ਸਕਦੇ। ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਕਾਲਸ ਲਵਾਂਗੇ, ਅੱਜ ਜਿਹੜੀਆਂ ਕਾਲਸ ਆ ਉਹਨਾਂ ਦਾ ਸਿਲਸਿਲਾ ਨਹੀਂ ਹੋ ਸਕੇਗਾ। ਬਾਕੀ ਜੇ ਤੁਸੀਂ ਅਟਾਰਨੀ ਟਰਕਿਆਣਾ ਹੋਣਾ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਆ, ਉਹਨਾਂ ਦੇ ਆਫਿਸ ਦਾ ਫੋਨ ਨੰਬਰ 4159090503 415 909 0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਅਟਾਰਨੀ ਟਰਕਿਆਣਾ ਜੀ, ਗੱਲਬਾਤ ਕਰਾਂਗੇ ਜੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਕੀ ਕੋਰਟਸ ਦੇ ਵਿੱਚ ਹੋ ਰਿਹਾ ਆ, ਵੱਖ-ਵੱਖ ਕੇਸਾਂ ਦੇ ਬਾਰੇ ਕਿੱਦਾਂ ਆ, ਜੱਜਿਸ ਨੂੰ ਲੈ ਕੇ ਕੀ ਆ। ਸੋ ਸਾਰੀਆਂ ਚਰਚਾਵਾਂ ਜਿਹੜੀਆਂ ਕਰਾਂਗੇ, ਜਿੱਦਾਂ ਸੁਪਰੀਮ ਕੋਰਟ ਦਾ ਵੀ ਪਿਛਲੀ ਵਾਰੀ ਵੀ ਆਪਾਂ ਫੈਸਲੇ ਦੇ ਉੱਤੇ ਡਿਸਕਸ ਜਿਹੜਾ ਉਹ ਕੀਤਾ ਸੀਗਾ। ਸੋ ਬੜਾ ਇੰਪੋਰਟੈਂਟ ਆ। ਜੇ ਅਸਾਈਲਮ ਦਾ ਤੁਹਾਡਾ ਕੇਸ ਆ ਤੇ ਸੁਪਰੀਮ ਕੋਰਟ ਨੇ ਅਸਾਈਲਮ ਦੇ ਉੱਤੇ ਆਪਣੀ ਇੱਕ ਓਪੀਨੀਅਨ, ਆਪਣਾ ਜਿਹੜਾ ਇੱਕ ਫੈਸਲਾ ਆ ਉਹ ਸੁਣਾਇਆ ਆ। ਉਹ ਲਾਸਟ ਵੀਕ ਵਾਲਾ ਜਿਹੜਾ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਵਾਲਾ, ਉਸ ਨੂੰ ਪੂਰਾ ਸੁਣੋ ਤਾਂ ਜੋ ਤੁਸੀਂ ਸਮਝ ਸਕੋ ਵੀ ਕੀ ਚੇਂਜਸ ਜਿਹੜੇ ਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਤੁਹਾਡੇ ਕੇਸ ਦੇ ਉੱਤੇ ਓਵਰਆਲ ਜਿਹੜੇ ਆ ਇਸ ਦੇ ਵਿੱਚ ਪੈ ਸਕਦੇ ਹੈਗੇ ਆ। ਸ਼ੁਰੂਆਤ ਇੱਕ ਆਪਾਂ ਗੱਲ ਤੋਂ ਕਰ ਲੈਂਦੇ ਹਾਂ। ਦੋ ਚੀਜ਼ਾਂ ਜਿਹੜੀਆਂ ਨਾ ਨਿਊਜ਼ ਦੇ ਵਿੱਚ ਲੇਟਲੀ ਦੇਖਣ ਨੂੰ ਮਿਲੀਆਂ। ਆਈ ਡੋਂਟ ਨੋ ਤੁਹਾਨੂੰ ਉਸ ਨਿਊਜ਼ ਦਾ ਪੜ੍ਹਨ ਦਾ ਮੌਕਾ ਮਿਲਿਆ ਜਾਂ ਨਹੀਂ, ਪਰ ਓਵਰਆਲ ਤੁਸੀਂ ਇੱਕ ਓਵਰਵਿਊ ਦੱਸਿਓ ਵੀ ਉਹਨਾਂ ਤੋਂ ਆਪਾਂ ਨੂੰ ਕੀ ਜਿਹੜਾ ਉਹ ਪਤਾ ਲੱਗਦਾ ਆ। ਇੱਕ ਪੋਲੀਟੀਕੋ ਮੈਗਜ਼ੀਨ ਵਾਲੇ ਜਿਹੜੇ ਰਿਪੋਰਟ ਕਰ ਰਹੇ ਸੀ, ਕਹਿੰਦੇ ਵੀ ਸ਼ਾਇਦ ਜਿਹੜਾ ਆ ਇਸ ਮਾਮਲੇ ਦੇ ਵਿੱਚ ਜਿਹੜੇ ਟੈਕਟਿਕ ਸੀਗੇ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨੂੰ ਲੈ ਕੇ, ਜਿਹੜੀ ਮਾਸ ਡੈਪੋਟੇਸ਼ਨ ਵਾਲਾ ਕੰਮ ਆ, ਕਿਤੇ ਨਾ ਕਿਤੇ ਉਹਨਾਂ ਦਾ ਠੰਡਾ ਪਿਆ ਆ। ਹੇਬੀਅਸ ਕਾਰਪਸ ਦੇ ਨਾਲ ਜਿਹੜੇ ਅਦਾਲਤਾਂ ਆ ਉਹ ਕਾਫੀ ਜ਼ਿਆਦਾ ਓਵਰਵੈਲਮ ਹੋ ਗਈਆਂ ਸੀ। ਕਿਤੇ ਨਾ ਕਿਤੇ ਉਹਦਾ ਵੀ ਪ੍ਰੈਸ਼ਰ ਆ। ਓਵਰਆਲ ਵੀ ਲੋਕਾਂ ਦਾ ਪਬਲਿਕ ਓਪੀਨੀਅਨ ਵੀ ਉਹਨਾਂ ਦੇ ਇਮੀਗ੍ਰੇਸ਼ਨ ਦੇ ਜਿਹੜੇ ਟੈਕਟਿਕਸ ਕਹਿ ਲਓ ਜਾਂ ਜੋ ਚੱਲ ਰਿਹਾ ਸੀਗਾ, ਸਖਤੀ ਚੱਲ ਰਹੀ ਸੀ, ਉਸ ਨੂੰ ਲੈ ਕੇ ਡਿਫਰੈਂਟ ਹੋਇਆ ਆ। ਸੋ ਥੋੜਾ ਜਿਹਾ ਕਹਿੰਦੇ ਵੀ ਆਪਾਂ ਨੂੰ ਇਹ ਦੇਖਣ ਨੂੰ ਮਿਲ ਸਕਦਾ ਵੀ ਹਾਰਡਨਡ ਕ੍ਰਿਮੀਨਲਸ, ਕਨਵਿਕਟਡ ਕ੍ਰਿਮੀਨਲਸ, ਉਸ ਦੇ ਵੱਲ ਨੂੰ ਇਹ ਜਿਹੜੀ ਗੱਲ ਜਿਹੜੀ ਉਹ ਵੱਧ ਸਕਦੀ ਆ। ਕੀ ਇਹੀ ਲੱਗ ਰਿਹਾ ਵੀ ਇਵੈਂਚੁਅਲੀ ਅਦਾਲਤਾਂ ਜੋ ਕਹਿ ਰਹੀਆਂ ਸੀ ਇਹਨਾਂ ਨੂੰ ਵੀ ਤੁਸੀਂ ਵਾਰੰਟਲੈਸ ਸਰਚਿਸ, ਵਾਰੰਟਲੈਸ ਅਰੈਸਟ, ਇਦਾਂ ਦੀਆਂ ਚੀਜ਼ਾਂ ਨਹੀਂ ਕਰ ਸਕਦੇ, ਇਵੈਂਚੁਅਲੀ ਉਹ ਚੀਜ਼ ਦੇ ਵੱਲ ਹੀ ਇਹਨਾਂ ਨੂੰ ਵਧਣਾ ਪੈ ਰਿਹਾ? ਨਹੀਂ ਭਾਜੀ, ਆਈ ਡੋਂਟ ਨੋ ਕੀ ਇਹਨਾਂ ਦਾ ਬੇਸਿਸ ਹੈਗਾ, ਓਪੀਨੀਅਨ ਕਿੱਦਾਂ ਹੈਗਾ। ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ, ਲੋਕੀ ਅਜੇ ਵੀ ਉਹੀ ਉਹਨਾਂ ਦਾ ਪ੍ਰੋਸੈਸ ਜਿਹੜਾ ਜਾਰੀ ਹੈ। ਇਨਫੈਕਟ ਓਕੇ, ਜਿਹੜੀ ਇਹਨਾਂ ਦੀ ਡਿਟੈਂਸ਼ਨ ਫੈਸਿਲਿਟੀਜ਼ ਵਗੈਰਾ ਨੂੰ ਐਕਸਪੈਂਡ ਇਹ ਕਰਨ ਜਾ ਰਹੇ ਆ, ਫੰਡਿੰਗ ਉਧਰ ਨੂੰ ਹੀ ਆ। ਤੇ ਆਈ ਡੋਂਟ ਥਿੰਕ ਸੋ ਉਹਨਾਂ ਨੇ ਰੁਕਣਾ ਜਿਹੜਾ। ਤੇ ਜਿਹੜੇ ਸੁਪਰੀਮ ਕੋਰਟ ਆ, ਇੱਕ ਜਿਹੜਾ ਉਹਨਾਂ ਦਾ ਮੇਜਰ ਫੈਸਲਾ ਸੀਗਾ ਜਿਹੜਾ ਪਿਛਲੇ ਹਫਤੇ ਡਿਸਕਸ ਕੀਤਾ ਸੀਗਾ, ਉਹਦਾ ਬੇਸਿਕਲੀ ਮਤਲਬ ਇਹੀ ਸੀਗਾ। ਲੌਂਗ ਸਟੋਰੀ ਸ਼ਾਰਟ, ਜੇ ਡਿਟੇਲ ਕਿਸੇ ਨੇ ਲੈਣੀ ਆ ਤਾਂ ਪੂਰਾ ਸ਼ੋਅ ਸੁਣੇ ਪਿਛਲੇ ਵਾਲਾ। ਤੇ ਉਹਨਾਂ ਦਾ ਜਿਹੜਾ ਸੀਗਾ ਉਹ ਪੁਆਇੰਟ ਆਫ ਵਿਊ ਇਹੀ ਸੀਗਾ ਕਿ ਜੇ ਇੱਕ ਜੱਜ ਨੇ ਫੈਸਲਾ ਦੇ ਦਿੱਤਾ ਕਿ ਸੱਟ ਉਸ ਲੈਵਲ ਦੀ ਨਹੀਂ ਹੈਗੀ, ਪਾਸਟ ਪ੍ਰੋਸੀਕਿਊਸ਼ਨ ਨਹੀਂ ਹੋਈ ਹੈ, ਗੰਭੀਰ ਸੱਟ ਨਹੀਂ ਹੈਗੀ, ਤੇ ਭਾਵੇਂ ਬੰਦੇ ਨੇ ਸਾਰੇ ਬਿਆਨ ਸਹੀ ਵੀ ਦਿੱਤੇ ਆ, ਤੇ ਉਹ ਕੇਸ ਜਿਹੜਾ ਨਹੀਂ ਅਪਰੂਵ ਹੋਣਾ ਬਣਦਾ, ਤੇ ਉਹਨੂੰ ਜਿਹੜਾ ਸੀਗਾ ਜਿਹੜਾ ਸਰਕਿਟ ਕੋਰਟ ਹੈਗਾ ਉਹ ਤੇ ਅਪੀਲ ਦੇ ਉੱਤੇ ਉਹਨੂੰ ਰਿਵਰਸ ਨਹੀਂ ਕਰ ਸਕਦਾ, ਇਹ ਕਹਿ ਕੇ ਕਿ ਜੱਜ ਕੋਲ ਗਲਤੀ ਹੋ ਗਈ ਆ। ਜਿਹੜਾ ਸਟੈਂਡਰਡ ਸੀਗਾ ਉਹਨਾਂ ਨੇ ਚੇਂਜ ਕਰਤਾ। ਸਟੈਂਡਰਡ ਉਹਨਾਂ ਨੇ ਇਹ ਲਾ ਦਿੱਤਾ ਕਿ ਜੇ ਕੋਈ ਵੀ ਜੱਜ ਉਸ ਨਤੀਜੇ 'ਚ ਪਹੁੰਚ ਸਕਦਾ ਹੈਗਾ
ਹਜ਼ਾਰਾਂ ਜੱਜਾਂ ਚੋਂ ਜੇ ਇੱਕ ਵੀ ਜੱਜ ਉਹ ਫੈਸਲਾ ਦੇ ਸਕਦਾ ਹੈਗਾ ਤਾਂ ਸਰਕਟ ਕੋਰਟ ਨੂੰ ਉਹਨਾਂ ਦੀ ਗੱਲ ਦੇ ਨਾਲ ਜਿਹੜਾ ਅਗਰੀ ਕਰਨਾ ਹੀ ਪਊਗਾ। ਕਰਨਾ ਪੈਣਾ। ਸੋ ਉਹਦੇ ਨਾਲ ਇਹ ਹੈਗਾ ਕਿ ਕਾਫੀ ਜਿਹੜੇ ਜੱਜ ਆ ਉਹ ਵੀ ਇੰਪਾਵਰ ਹੋ ਗਏ। ਦੋ ਜੱਜ ਜਿਹੜੇ ਸੀਗੇ ਸੈਨ ਫਰਾਂਸਿਸਕੋ ਰਹਿ ਗਏ ਸੀਗੇ। ਕਿੱਡਾ ਵਧੀਆ ਕੋਰਟ ਹੁੰਦਾ ਸੀਗਾ 31 ਜੱਜਾਂ ਤੋਂ ਲੈ ਕੇ। ਤੇ ਹੁਣ ਜਿਹੜਾ ਸੀਗਾ ਮਿਲਟਰੀ ਜੱਜ ਜਿਹੜੇ ਇਹਨਾਂ ਨੇ ਭੇਜਣੇ ਆ ਸ਼ੁਰੂ ਕਰ ਦੇਣੇ ਆ। ਅਪਾਇੰਟਮੈਂਟਸ ਕਈਆਂ ਦੀ ਹੋ ਵੀ ਗਈਆਂ ਮੇਰੇ ਖਿਆਲ ਨਾਲ। ਪਿਛਲੇ ਹਫਤੇ 47 ਜੱਜ ਕਹਿੰਦੇ ਹੋਰ ਜਿਹੜੇ ਨਿਯੁਕਤ ਇਹਨਾਂ ਨੇ ਕੀਤੇ ਆ। ਤੇ ਲਗਭਗ 800 ਦੇ ਕਰੀਬ ਜੱਜ ਸੀਗੇ ਪਹਿਲਾਂ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ। ਤੇ ਉਹ ਕਾਫੀ ਜ਼ਿਆਦਾ ਇਹਨਾਂ ਨੇ ਫਾਇਰ ਫੋਰ ਜਿਹੜੇ ਕਰਤੇ ਸੀਗੇ। ਤੇ ਹੁਣ ਇਹ ਕਹਿੰਦੇ ਆ ਕਿ ਆਹੀ ਸ਼ਾਰਟ ਟਰਮ ਟੈਨਿਓਰ ਤੇ ਜਿਹੜੇ ਜੱਜ ਲੈ ਕੇ ਆਣੇ ਆ। ਓਵਰਆਲ ਜਿਹੜਾ ਸਿਸਟਮ ਬੜਾ ਮੁਸ਼ਕਿਲ ਹੈਗਾ। ਜਿਹੜਾ ਜਿਹਦਾ ਕੇਸ ਉਹਦੇ ਲਈ ਵੀ ਬੜਾ ਮੁਸ਼ਕਿਲ ਆ ਤੇ ਜਿਹੜੇ ਵਕੀਲ ਆ ਉਹਨਾਂ ਦੇ ਲਈ ਵੀ ਬੜਾ ਮੁਸ਼ਕਿਲ ਆ। ਕਿਉਂਕਿ ਜਿਹੜਾ ਸਟੈਂਡਰਡ ਸੀਗਾ ਉਹ ਬਹੁਤ ਜ਼ਿਆਦਾ ਹਾਈ ਪੁਸ਼ ਜਿਹੜਾ ਹੋ ਗਿਆ। ਮਤਲਬ ਕਿ ਜਿਹੜਾ ਬੰਦਾ ਬਿਲਕੁਲ ਤੁਸੀਂ ਕਹਿ ਲਓ ਕਿ ਔਨ ਪੁਆਇੰਟ ਹੈਗਾ। ਹਰੇਕ ਚੀਜ਼ ਜਿਹੜੀ ਬੰਦੇ ਦੀ ਔਨ ਪੁਆਇੰਟ ਕੇਸ ਦੀ ਤਿਆਰੀ ਆ, ਨੌਲੇਜ ਸਾਰੀ, ਜਿਹਨੂੰ ਗਤੀਵਿਧੀ ਹੈਗੀ। ਅਬਵ ਆਲ ਉਹਨਾਂ ਨੇ ਇਹ ਵੀ ਚੀਜ਼ ਹੁਣ ਪਾਤੀ ਆ ਕਿ ਸੱਟ ਫਿੱਟ ਦੱਸੋ ਤੁਹਾਡੇ ਕਿੱਥੇ ਲੱਗੀ ਆ, ਟੱਕ ਦਿਖਾਓ, ਕਿੱਦਾਂ ਦੀ ਸੱਟ ਆ, ਮਤਲਬ ਕਿੱਦਾਂ ਦੀ ਸੱਟ ਸੀਗੀ। ਸੋ ਉਹ ਚੀਜ਼ ਵੱਲ ਜਿਹੜਾ ਜਾ ਰਹੇ ਆ ਤੇ ਮਿਲਟਰੀ ਜੱਜ ਖਾਸ ਕਰਕੇ ਜਿਹੜੇ ਉਸ ਚੀਜ਼ ਵੱਲ ਜਾ ਰਹੇ ਆ। ਸੋ ਜਿਹੜੀ ਤੁਹਾਡੀ ਗੱਲ ਆ ਕਿ ਇਹ ਠੰਡੇ ਪੈ ਗਏ ਆ। ਮੈਂ ਐਕਚੁਅਲੀ ਆਰਟੀਕਲ ਪੜ੍ਹਿਆ ਸੀਗਾ ਉਹ ਕਹਿੰਦੇ ਕਿ ਇਹ ਕਹਿੰਦੇ ਆ ਕ੍ਰਿਮੀਨਲ ਨੂੰ ਫੜਨਾ ਪਰ ਇਦਾਂ ਚੀਜ਼ ਹੋ ਨਹੀਂ ਰਹੀ। ਇਹ ਬੇਸਿਕਲੀ ਜਾਣਾ ਇਹਨਾਂ ਨੇ ਆਮ ਲੋਕਾਂ ਦੇ ਵੱਲ ਹੀ ਹੈ। ਓਕੇ ਯਾ ਉੱਦਾਂ ਵੈਸੇ ਇੱਕ ਹੋਰ ਨਿਊਜ਼ ਜਿਹੜੀ ਆਪਾਂ ਵੀ ਸ਼ੇਅਰ ਕੀਤੀ ਸੀ ਵੀ ਆਈਸ ਦੇ ਏਜੰਟ ਆ ਉਹਨਾਂ ਨੇ ਅਦਾਲਤ ਦੇ ਵਿੱਚ ਆਪ ਹੀ ਜਿਹੜਾ ਉਹ ਕਿਹਾ ਸੀਗਾ ਵੀ ਸਾਨੂੰ ਰੋਜ਼ 8 ਜਾਣਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਡਿਟੇਨ ਕਰਨ ਦਾ ਜਿਹੜਾ ਕੋਟਾ ਮਿਲਦਾ ਸੀਗਾ ਵੀ ਆਹ ਤੁਹਾਡਾ ਟੀਚਾ ਆ ਵੀ ਇੰਨੇ ਕਰੋ। ਸਪੈਸ਼ਲ ਉਹ ਜਿਹੜੀ ਬੇਸਿਕਲੀ ਐਪ ਕਹਿ ਲਓ ਜਾਂ ਟੈਕਨੋਲੋਜੀ ਦੀ ਯੂਜ਼ ਕਰਦੇ ਸੀ ਵੀ ਕਿਹਦੇ ਮਗਰ ਜਿਹੜਾ ਉਹਨਾਂ ਨੇ ਜਿਹੜਾ ਹੋ ਜਾਣਾ ਆ। ਸੋ ਇਹ ਓਰੇਗਨ ਦੀ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀਗਾ ਇਮੀਗ੍ਰੇਸ਼ਨ ਐਡਵੋਕੇਸੀ ਇੱਕ ਗਰੁੱਪ ਦੇ ਦੁਆਰਾ ਉਸ ਦਰਮਿਆਨ ਅੰਡਰ ਓਥ ਜਿਹੜੇ ਆਈਸ ਦੇ ਏਜੰਟਸ ਉਹਨਾਂ ਨੇ ਆਪ ਅਦਾਲਤ ਨੂੰ ਇਹ ਚੀਜ਼ ਜਿਹੜੀ ਉਹ ਦੱਸੀ ਆ। ਸੋ ਆਬਵੀਅਸਲੀ 8 ਜਾਣੇ 8 ਕ੍ਰਿਮੀਨਲਸ ਨੂੰ ਇੱਕ ਦਿਨ 'ਚ ਇੱਕ ਜਾਣੇ ਲਈ ਫੜਨਾ ਤਾਂ ਇਟਸ ਹਾਰਡ, ਨਾਮੁਮਕਿਨ ਵਾਲੀ ਗੱਲ ਹੀ ਆ। ਸੋ ਕੋਟਾ ਪੂਰਾ ਕਰਨ ਲਈ ਤਾਂ ਫਿਰ ਉਹਨਾਂ ਨੇ ਜਿਹੜਾ ਵੀ ਦਾ ਆ ਉਹਨੂੰ ਫੜਨਾ ਹੀ ਫੜਨਾ। 8 ਬਾਜੀ ਮੈਂ ਕਹਿੰਦਾ ਇੱਕ ਨਹੀਂ ਫੜ ਸਕਦੇ ਹੁਣੇ। 8 ਤਾਂ ਦੂਰ ਦੀ ਗੱਲ। ਯਾ ਕ੍ਰਿਮੀਨਲ ਕੋਈ ਏਦਾਂ ਸੁਣਨਾ ਹੋਣਾ ਕਿ ਆ ਕੇ ਕਹਿ ਦਿੰਦਾ ਹੋਣਾ ਕਿ ਮੈਨੂੰ ਲਾਓ ਹੱਥਕੜੀਆਂ ਲੈ ਲਓ ਮੈਂ ਤੁਹਾਡੇ ਨਾਲ ਚੱਲਦਾ। ਨਾਲੇ ਕ੍ਰਿਮੀਨਲ ਮੈਂ ਕਿਹਾ ਇਹ ਤਾਂ ਆਮ ਬੰਦੇ ਨੂੰ ਦੱਸਦੇ ਆ ਕਿ ਤੁਸੀਂ ਹਾਜ਼ਰੀ ਦਿਓ, ਤੁਸੀਂ ਐਡਰੈਸ ਆਪਣੇ ਅਪਡੇਟ ਕਰੋ, ਏਦਾਂ ਕਰੋ ਉਦਾਂ ਕਰੋ। ਜਿਹੜਾ ਬੰਦਾ ਕ੍ਰਿਮੀਨਲ ਆ ਉਹਨੇ ਦੋਨਾਂ ਆਪਣਾ ਐਡਰੈਸ ਸਰਕਾਰ ਨੂੰ ਅਪਡੇਟ ਕਰਕੇ ਰੱਖਣਾ ਕਿ ਮੈਂ ਇੱਥੇ ਰਹਿਣਾ ਉੱਥੇ ਰਹਿਣਾ। ਤੇ ਉਹ ਤਾਂ ਲੱਭਦੇ ਨਹੀਂ ਹੁਣ ਇਹਨਾਂ ਨੂੰ। ਉਹਦੇ ਲਈ ਕਿੱਡੀ ਆਪਰੇਸ਼ਨਸ ਪਲੈਨਿੰਗ ਉਹ ਚਾਹੀਦੀ ਇੱਕ ਬੰਦੇ ਨੂੰ ਕਰਨ ਵਾਸਤੇ। ਕਿੰਨੇ ਜ਼ਿਆਦਾ ਤੁਹਾਨੂੰ ਜਿਹੜੇ ਸਟਾਫਿੰਗ ਵਗੈਰਾ ਜਿਹੜੀ ਚਾਹੀਦੀ ਆ। ਤੇ ਇਹ ਤਾਂ ਜਿਹੜੇ ਸੀਗੇ ਜਿਹੜੇ ਲੋਕੀ ਮਤਲਬ ਤਰੀਕਾਂ ਭੁਗਤ ਰਹੇ ਆ ਜਿਹੜੇ ਉਹ ਆ ਜਿਹਨਾਂ ਦੀ ਅੱਗੇ ਤਰੀਕ ਆਣੀ ਆ ਉਹਨਾਂ ਨੂੰ ਇਹ ਤੰਗ ਤੁੰਗ ਜਿਹੜੇ ਕਰਦੇ ਸੀਗੇ। ਉਹਦੇ ਵਿੱਚ ਹੁਣ ਇਹ ਸੀਗਾ ਕਿ ਹੇਬੀਅਸ ਦਾ ਜਿਹੜਾ ਪ੍ਰੋਸੈਸ ਹੈਗਾ ਉਹਨੂੰ ਰੋਕ ਨਹੀਂ ਸਕਦੇ ਬਾਏ ਲਾਅ। ਉਹ ਕਨਸਟੀਟਿਊਸ਼ਨ ਦੇ ਵਿੱਚ ਹੀ ਹੈਗਾ। ਮਤਲਬ ਭਾਵੇਂ ਕੋਰਟ ਵਧੀਆ ਫੈਸਲਾ ਦੇਵੇ ਮਾੜਾ ਦੇਵੇ, ਜਿਹੜੀ ਹੇਬੀਅਸ ਦੀ ਪਟੀਸ਼ਨ ਆ ਉਹ ਫਾਈਲ ਹੋਣੀ ਆ। ਇਹ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਦੇ ਲਿਖਿਆ ਹੋਇਆ ਕਿ ਤੁਸੀਂ ਫੜ ਕੇ ਰੱਖ ਨਹੀਂ ਸਕਦੇ ਪੱਕੇ ਤੌਰ ਤੇ, ਜਿੱਦਾਂ ਨੂੰ ਮਰਜ਼ੀ ਲਾਅ ਚੱਲਣ। ਤੇ ਉਹਦੇ ਵਿੱਚ ਇਹ ਸੀਗਾ ਕਿ ਜਦੋਂ ਤੁਸੀਂ ਇੰਨੇ ਜ਼ਿਆਦਾ ਫੜਨੇ ਆ ਤੇ ਲੋਕਾਂ ਨੇ ਫਿਰ ਹੇਬੀਅਸ ਫਾਈਲ ਕਰਨੀ ਆ। ਉਹਦੇ ਨਾਲ ਜਿਹੜੇ ਸੀਗੇ ਜੱਜ ਉਹ ਓਵਰਵੈਲਮ ਹੋ ਰਹੇ ਸੀਗੇ। ਤੇ ਹੁਣ ਜਦੋਂ ਸੀਗਾ ਉਹਨਾਂ ਨੇ ਤਾਂ ਕਰਕੇ ਉਦਾਂ ਦੇ ਫੈਸਲੇ ਜਿਹੜੇ ਕੀਤੇ ਆ। ਪਰ ਜਿਹੜਾ 5th ਸਰਕਟ ਸੀਗਾ ਉਹਨੇ ਜਿਹੜਾ ਸੀਗਾ ਸਰਕਾਰ ਦੇ ਫੇਵਰ 'ਚ ਫੈਸਲਾ ਕੀਤਾ। 9th ਸਰਕਟ ਨੇ ਪੂਰਾ ਸਰਕਾਰ ਦੇ ਫੇਵਰ 'ਚ ਤਾਂ ਨਹੀਂ ਕੀਤਾ, ਪਰ ਜਿਹੜਾ 9th ਸਰਕਟ ਦਾ ਵੀ ਸੀਗਾ ਪਿਛਲੇ ਹਫ਼ਤੇ ਜਿਹੜਾ ਫੈਸਲਾ ਸੀਗਾ ਕਿ ਲੋਕਾਂ ਨੂੰ ਫੜ ਕੇ ਰੱਖ ਸਕਦੇ ਨਹੀਂ, ਉਹ ਤਕਰੀਬਨ ਜਿਹੜਾ ਸੀਗਾ ਸਰਕਾਰ ਦੇ ਫੇਵਰ 'ਚ ਸੀਗਾ। 8th ਸਰਕਟ ਦੇ ਫੈਸਲੇ ਦੀ ਆਪਾਂ ਵੇਟ ਕਰ ਰਹੇ ਹੁਣ ਉਹ ਕਿੱਧਰ ਨੂੰ ਆਉਂਦਾ। ਤੇ ਕੁੱਲ ਮਿਲਾ ਕੇ ਇਹ ਸੁਪਰੀਮ ਕੋਰਟ ਦੇ ਕੋਲ ਗੱਲ ਜਾਣੀ ਆ। ਹੁਣ ਪੇਪਰ ਦੇ ਵਿੱਚ ਪਤਾ ਨਹੀਂ ਉਹ ਕੀ ਸੋਚਦੇ ਆ, ਕੀ ਡਿਸਾਈਡ ਕਰਦੇ ਆ, ਪਰ ਡਿਸਾਈਡ ਸੁਪਰੀਮ ਕੋਰਟ ਨੇ ਇਹ ਕਰਨਾ ਕਿ ਹੁਣ ਇੰਨੇ ਸਾਲਾਂ ਤੋਂ ਇਮੀਗ੍ਰੈਂਟ ਜਿਹੜੇ ਰਹਿ ਰਹੇ ਸੀਗੇ, ਕੰਮਕਾਰ ਜਿਹੜੇ ਕਰ ਰਹੇ ਆ, ਇਹਨਾਂ ਦਾ ਦੇਸ਼ ਆ ਜਿਹੜਾ ਉਹ ਚੱਕਾ ਰਨ ਕਰ ਰਹੇ ਆ, ਰੈਸਟੋਰੈਂਟ ਚਲਾ ਰਹੇ ਆ, ਖੇਤਾਂ 'ਚ ਕੰਮ ਕਰ ਰਹੇ ਸਾਰਾ। ਕਿ ਤੁਸੀਂ ਉਹਨਾਂ ਨੂੰ ਮਤਲਬ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਜਦੋਂ ਮਰਜ਼ੀ ਚੱਕਿਆ ਜਾ ਸਕਦਾ, ਫੜ ਕੇ ਰੱਖਿਆ ਜਾ ਸਕਦਾ, ਕਿ ਤੁਸੀਂ ਉਹਨਾਂ ਨੂੰ ਛੋਟ ਦੇਣੀ ਆ। ਸਵਾਲ ਉੱਥੇ ਆ ਜਾਂਦਾ, ਹਵਾ ਜਿਹੜੀ ਕਿੱਧਰਲੇ ਪਾਸੇ ਨੂੰ ਚੱਲੀ ਹੋਈ ਆ। ਗੱਲ ਹਿਊਮੈਨਿਟੇਰੀਅਨ ਬੇਸਿਸ ਦੀ ਆ ਗਈ ਕਿ ਇੱਕ ਅਸਾਈਲਮ ਦਾ ਸਿਧਾਂਤ ਸੀਗਾ। ਚਲੋ ਇਹ ਲੜਾਈਆਂ ਵੀ ਕਾਫੀ ਹੱਥ ਪੈਰ ਹੁੰਦੇ ਹੀ ਆ ਇਹ ਦੇਸ਼ ਦੇ ਵੀ ਜੀ। ਇੱਕ ਉਹ ਸੀਗਾ ਕਿ ਡੀਸਟੇਬਲਾਈਜੇਸ਼ਨ ਤਾਂ ਪੂਰੀ ਦੁਨੀਆ 'ਚ ਹੋਈ ਆ ਪਿਛਲੇ 40 ਸਾਲਾਂ 'ਚ ਵੀ ਤੁਸੀਂ ਦੇਖ ਲਓ। ਤੇ ਪੋਲੀਟੀਕਲ ਬੇਸਿਸ ਤੇ, ਰਿਲੀਜੀਅਸ ਬੇਸਿਸ ਤੇ, ਹੋਰ ਕਈ ਜਿੱਦਾਂ LGBTQ ਲਗਾ ਲਓ, ਕਈ ਰੀਜ਼ਨ ਹੁੰਦੇ ਆ ਲੋਕੀ ਜਿਹੜੇ ਡਿਸਪਲੇਸ ਹੋ ਕੇ ਇੱਧਰ ਉੱਧਰ ਜਾਂਦੇ ਆ। ਤੇ ਆ ਜਿਹੜਾ ਅਮਰੀਕਾ ਸੀਗਾ ਫੋਰਫਰੰਟ ਤੇ ਸੀਗਾ, ਅਸਾਈਲਮ ਸੁਲਮ ਦਿੰਦਾ ਸੀਗਾ। ਇਹਨਾਂ ਨੇ ਇੱਕ ਤੁਸੀਂ ਕਹਿ ਲਓ ਕੋਈ ਨੈਗੇਟਿਵ ਜੀ ਕਨੋਟੇਸ਼ਨ ਹੁਣ ਕਿ ਜਿੱਦਾਂ ਅਸਾਈਲਮ ਸੀਕਰ ਉਹ ਵਰਡ ਏਦਾਂ ਬਣਾਤਾ। ਤੁਸੀਂ ਯੂਰਪ 'ਚ ਵੀ ਦੇਖ ਲਓ ਕਿ ਠੀਕ ਆ ਵਿਊਜ਼ ਵੀ ਬੜਾ ਹੈਗਾ ਪ੍ਰੋਸੈਸ ਦਾ, ਪਰ ਉਹਨੂੰ ਇੱਕ ਨੈਗੇਟਿਵ ਜਿਹਾ ਵਰਡ ਬਣਾਤਾ ਕਿ ਅਸਾਈਲਮ ਸੀਕਰ ਕਿ ਸਾਰੇ ਬੰਦੇ ਝੂਠ ਹੀ ਜਿੱਦਾਂ ਬੋਲਦੇ ਆ।
ਤੇ ਜਿਹੜੀ ਹੁਣ ਸੈਂਟੀਮੈਂਟ ਵੀ ਜਿਹੜਾ ਸੀਗਾ ਉਹ ਇਦਾਂ ਹੀ ਲੱਗਦਾ ਹੈ ਕਿ ਪਹਿਲਾਂ ਜਿਹੜਾ ਇੱਕ ਸੀਗਾ ਤਰਸ ਵਾਲੀ ਗੱਲ ਸੀ ਕਿ ਸਾਲਮ ਸੀਕਰ ਤਰਸ ਵਾਲਾ, ਉਹ ਮੇਰੇ ਖਿਆਲ ਹੁਣ ਵੋਲਿਊਮ ਆਫ ਲੋਕੀ ਜਿਹੜਾ ਬਾਈਡਨ ਨੇ ਸ਼ਾਇਦ ਦਰਵਾਜ਼ੇ ਇੰਨੇ ਕੁ ਜ਼ਿਆਦਾ ਖੋਲਤੇ ਕਿ ਹਜ਼ਾਰਾਂ ਚ ਜਿਹੜੇ ਡਾਇਰੈਕਟ ਫਲਾਈਟਾਂ ਵਾਲੇ ਜਿਹੜੇ ਆ ਗਏ, ਆਈ ਥਿੰਕ ਉਹਦੇ ਵਿੱਚ ਵੀ ਜੇ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਉਹਦੇ ਕਰਕੇ ਵੀ ਲੋਕਾਂ ਦਾ ਸੈਂਟੀਮੈਂਟ ਕਾਫੀ ਜਿਹੜਾ ਚੇਂਜ ਹੋਇਆ, ਫਿਰ ਉਹਨਾਂ ਦਾ ਬਿਹੇਵੀਅਰ ਅੱਗੋਂ ਕਿੱਦਾਂ ਸੀਗਾ ਉਹਦੇ ਕਰਕੇ ਵੀ ਚੇਂਜ ਹੋਇਆ। ਤੇ ਬਾਕੀ ਹੁਣ ਜਿਹੜਾ ਹਰੇਕ ਬੰਦਾ ਕੰਮ ਕਰਨ ਵਾਲਾ ਨਹੀਂ ਆਇਆ, ਉਹਦੇ ਵਿੱਚ ਤੁਸੀਂ ਦੇਖ ਲਓ ਕਿ ਕ੍ਰਿਮੀਨਲ ਐਕਟੀਵਿਟੀ, ਡਰੱਗ ਪੈਡਲਿੰਗ, ਇਹ ਉਹ ਚੋਰੀ ਚਕਾਰੀ, ਲੋਡ, ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਸੋ ਕੁੱਲ ਮਿਲਾ ਕੇ ਜਿਹੜੀ ਇਹ ਹੈਗੀ ਹੈ ਕਿ ਆਮ ਬੰਦੇ ਨੂੰ ਵੀ ਜਿਹੜਾ ਖਾਮਿਆਜਾ ਉਹਦਾ ਭੁਗਤਣਾ ਪੈ ਰਿਹਾ। ਹੁਣ ਉਹੀ ਹੈ ਕਿ ਸਾਰੀ ਕਮਿਊਨਿਟੀ ਨੂੰ ਇਕੱਠੇ ਹੀ ਫਿਰ ਜਿਹੜਾ ਝੇਲਣਾ ਪੈਂਦਾ। ਹਾਂਜੀ, ਨਹੀਂ ਬਿਲਕੁਲ ਇਹ ਚੀਜ਼ ਤਾਂ ਡੈਫੀਨਿਟਲੀ ਇਸ ਚੀਜ਼ ਦੇ ਵਿੱਚ ਹੈਗੀ ਆ। ਤੁਸੀਂ ਵੀ ਕਾਫੀ ਵਾਰੀ ਕਰਦੇ ਆ, ਹੁਣ USCIS ਵਾਲੇ ਸਾਰੇ ਜਾਣੇ ਦੱਸਦੇ ਦਿੰਦੇ, ਹਰ ਵੀਕ ਹੀ, ਹਰ ਰੋਜ਼ ਹੀ ਕੋਈ ਨਾ ਕੋਈ ਨਵੇਂ ਵੀਜ਼ਾ ਫਰਾਡ ਦੇ ਬਾਰੇ ਪਤਾ ਲੱਗਦਾ ਰਹਿੰਦਾ ਆ। ਹੁਣ ਯੂ ਵੀਜ਼ਾ ਫਰਾਡ ਦੇ ਵਿੱਚ 11 ਜਾਣੇ ਇਹਨਾਂ ਨੇ ਫੜੇ ਸੀਗੇ, ਸਾਰੇ ਦੇ ਸਾਰੇ ਇਹ ਪਟੇਲ ਸੀਗੇ। ਸੋ ਜਿੱਦਾਂ ਤੁਸੀਂ ਕਿਹਾ ਵੀ ਅਬਿਊਜ਼ ਵੀ ਬਹੁਤ ਜਿਹੜਾ ਆ ਉਹ ਲੋਕਾਂ ਦੇ ਦੁਆਰਾ ਕੀਤਾ ਜਿਹੜਾ ਹੋ ਜਾਂਦਾ ਆ। ਸੋ ਜਿਹੜੇ ਵੀ ਵੀਜ਼ਾ ਫਰਾਡ ਕਮਿਟ ਕਰ ਰਹੇ ਆ ਉਹਨਾਂ ਦੇ ਮਗਰ ਤਾਂ ਬਿਲਕੁਲ ਹੀ ਹੱਥ ਧੋ ਕੇ ਕਿ ਨਹਾ ਧੋ ਕੇ ਜਿਹੜੇ ਉਹ ਪਏ ਹੋਏ ਨੇ। ਹਾਂਜੀ, ਅਸਾਈਲਮ ਵਾਲੇ ਵੀ ਤੁਸੀਂ ਦੇਖ ਲਓ ਕਿ ਡਬਲ ਉਹ ਕਹਿੰਦੇ ਹੁਣ ਵੈਟਿੰਗ ਕਰਨੀ ਹੈ। ਗ੍ਰੀਨ ਕਾਰਡ ਜਿਹੜੇ ਸੀਗੇ ਉਹ ਲੋਕਾਂ ਦੇ, ਇਹਨਾਂ ਨੇ ਜਿਹੜੇ ਸੀਗੇ ਕਈਆਂ ਦੇ ਰੀਓਪਨ ਕਰਤੇ, ਕਈਆਂ ਦੇ ਇੰਟਰਵਿਊ ਸੀਗੇ, ਉਹਨਾਂ ਦੇ ਕੇਸ ਡਿਨਾਈ ਕਰਨੇ ਸ਼ੁਰੂ ਕਰਤੇ ਆ। ਸੋ ਉਧਰ ਨੂੰ ਚੀਜ਼ ਜਿਹੜੀ ਜਾ ਰਹੀ। ਜੀ ਬਿਲਕੁਲ। ਅੱਛਾ, ਆਪਾਂ ਗੱਲ ਕਰਦੇ ਹਾਂ ਇਸ ਟਾਈਮ ਕੋਰਟਸ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਤੁਸੀਂ ਜਿਹੜੇ ਸੈਨ ਫਰਾਂਸਿਸਕੋ ਦੇ ਕੋਰਟ ਦੇ ਬਾਰੇ ਜਿਹੜਾ ਥੋੜਾ ਜਿਹਾ ਦੱਸਿਆ ਵੀ ਕਿਸੇ ਟਾਈਮ 30 ਤੋਂ ਵੱਧ ਸੀਗੇ, ਹੁਣ ਤਾਂ 2 ਜੱਜ ਜਿਹੜੇ ਉਹ ਰਹਿ ਗਏ ਆ। ਸੋ ਸਟੇਟ ਆਫ ਥਿੰਗਸ ਕਿੱਦਾਂ ਚੱਲ ਰਹੀ ਆ ਇਨਸਾਈਡ ਦਾ ਕੋਰਟਸ? ਜਿੱਦਾਂ ਸਟੇਟ ਆਫ ਦਾ ਯੂਨੀਅਨ ਹੁੰਦਾ, ਸਟੇਟ ਆਫ ਕੋਰਟਸ ਕੀ ਹੈ ਜੀ ਇਸ ਟਾਈਮ? ਜਿਹੜੇ ਰਾਜ ਕਰਨ ਜੀ ਵਧੀਆ ਜੱਜ ਸੀਗੇ ਨਾ, ਉਹਨਾਂ ਨੂੰ ਤਾਂ ਇਹਨਾਂ ਨੇ ਕੱਢ ਹੀ ਦਿੱਤਾ। ਜਿਹੜੇ ਇਹਨਾਂ ਨੂੰ ਪਤਾ ਹੀ ਸੀਗਾ ਕਿ ਇਹ ਕੇਸ ਪਾਸ ਕਰਦੇ ਆ ਜੱਜ, ਉਹ ਕੱਢ ਦਿੱਤੇ ਬਾਹਰ। ਮਤਲਬ ਕਿ ਕੋਈ ਉਹਨਾਂ ਨੂੰ ਰਾਈਮ ਰੀਜ਼ਨ ਨਹੀਂ ਸੀਗਾ, ਸਿੱਧਾ ਹੀ ਜਿਹਦਾ ਨੋਟਿਸ ਹੀ ਆਇਆ। ਕਾਫੀ ਜਿਹੜੇ ਇਹਨਾਂ ਨੇ ਬਾਹਰ ਕੱਢੇ, ਪਲੈਨਿੰਗ ਤਾਂ ਐਕਚੁਅਲੀ ਕਾਫੀ ਪਹਿਲਾਂ ਤੋਂ ਚੱਲਦੀ ਸੀ। ਪਿਛਲੇ ਸਾਲ ਇਹਨਾਂ ਨੇ ਇਹੀ ਕੀਤਾ, ਪਹਿਲਾਂ ਇਹਨਾਂ ਨੇ ਵਧੀਆ ਜੱਜ ਬਾਹਰ ਕੱਢੇ। ਜਿਹੜੇ ਜੱਜ ਹੁਣ ਮੋਡਰੇਟ ਸੀਗੇ, ਨਹੀਂ ਕਰਦੇ ਸੀਗੇ, ਜਾਂ ਜਿਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ, ਜ਼ਿਆਦਾ ਟੈਨਿਓਰ ਵਾਲੇ ਸੀਗੇ, ਉਹ ਹਾਲਾਤ ਹੀ ਇਦਾਂ ਦੇ ਬਣਾਤੇ ਕਿ ਜੱਜ ਆਪ ਹੀ ਰਿਜ਼ਾਈਨ ਕਰ ਗਏ। ਤੁਸੀਂ ਦੇਖ ਲਓ ਕਿ ਉਹ ਆਪ ਹੀ ਰਿਜ਼ਾਈਨ ਕਰ ਗਏ, ਕਿ ਮਾਹੌਲ ਹੀ ਇਦਾਂ ਦਾ ਬਣਾਤਾ, ਹੌਸਟਾਈਲ ਬਣਾਤਾ ਕਿ ਬੰਦੇ ਨੂੰ ਹੁਣ ਕੱਲਾ ਜੌਬ ਸੈਲਰੀਆਂ ਸਭ ਕੁਝ ਨਹੀਂ ਹੁੰਦਾ। ਬੰਦਾ ਆਪਣਾ ਉਤੋਂ ਪਰੇ ਵੀ ਸੋਚਦਾ ਕਿ ਤੁਸੀਂ ਇੱਕ, ਜਿੱਦਾਂ ਹੁਣ ਤੁਸੀਂ ਆਹੀ ਦੱਸਿਆ ਕਿ ਕੋਟਾ ਕੇ ਇਹਨੇ ਫੜ ਕੇ ਲੈ ਕੇ ਆਓ, ਜ਼ਰੂਰੀ ਨਹੀਂ ਕਿ ਸਾਰੇ ਆਈਸ ਏਜੰਟ ਵੀ ਐਗਰੀ ਕਰਦੇ ਆ। ਕਈ ਆਈਸ ਏਜੰਟ ਨੇ ਵੀ ਜਿਹੜਾ ਰਿਜ਼ਾਈਨ ਕਰਤਾ ਸੀਗਾ, ਕਾਫੀ ਤਾਦਾਦ ਚ ਕੀਤਾ ਸੀਗਾ। ਤੇ ਉਹਦੇ ਵਿੱਚ ਫਿਰ ਹੁਣ ਪਤਾ ਨਹੀਂ ਅੰਦਰੋਂ ਕੀ ਪ੍ਰੈਸ਼ਰ ਹੁੰਦੇ ਹੋਣੇ, ਕਿੱਦਾਂ ਦੀਆਂ ਇੰਸਟਰਕਸ਼ਨਸ ਦਿੰਦੇ ਹੋਣੇ ਆ। ਬਟ ਜਿਹੜੇ ਜੱਜ ਰਿਜ਼ਾਈਨ ਕਰਕੇ ਆਬਵੀਅਸਲੀ ਉਹਨਾਂ ਨੇ ਵੀ ਦੇਖਿਆ ਹੋਣਾ ਕਿ ਨਹੀਂ, ਇਹ ਇੰਨਾ ਸਟ੍ਰੈਸ ਜਾਂ ਇੰਨਾ ਉਹ ਲੈ ਕੇ ਕੋਈ ਫਾਇਦਾ ਨਹੀਂ। ਕਈ ਐਕਚੁਅਲੀ ਵਕੀਲਾਂ ਨੇ ਵੀ ਲਾਅ ਫਰਮਾਂ ਮੈਂ ਦੇਖਿਆ ਬੰਦ ਕਰਤੀਆਂ, ਕਈ ਵਕੀਲ ਵੀ ਜਿਹੜੇ ਕੁਇਟ ਕਰ ਗਏ ਆ। ਤੇ ਜਿਹੜਾ ਸਿਸਟਮ ਸੀਗਾ ਉਹ ਬੜਾ ਹੌਸਟਾਈਲ ਕਰਤਾ। ਉਹਦੇ ਵਿੱਚ ਜਿਹੜਾ ਸੀਗਾ ਫੜੋ ਫੜਾਈ ਵਾਲਾ, ਹੁਣ ਹਰੇਕ ਬੰਦਾ ਹੇਬੀਅਸ ਕਰਨਾ ਨਹੀਂ ਚਾਹੁੰਦਾ, ਹਰੇਕ ਵਕੀਲ ਜਿਹੜਾ ਸਿੱਖਣਾ ਨਹੀਂ ਚਾਹੁੰਦਾ, ਕਰਨਾ ਨਹੀਂ ਚਾਹੁੰਦਾ। ਵਕੀਲ ਨੂੰ ਵੀ ਡਬਲ ਟ੍ਰਿਪਲ 10 ਗੁਣਾ ਜ਼ਿਆਦਾ ਮਿਹਨਤ ਜਿਹੜੀ ਕਰਨੀ ਪੈ ਗਈ। ਤੇ ਉਹਦੇ ਵਿੱਚ ਖੜੇ ਪੈਰ ਜਿੱਦਾਂ ਫੜ ਕੇ 2-3 ਦਿਨ ਚਾਹ ਕਰੋ, 3 ਦਿਨ ਚਾਹ ਕਰੋ। ਤੇ ਉੱਪਰੋਂ ਜਿਹੜੀ ਪ੍ਰੋਬਲਮ ਸੀਗੀ ਸਾਰਿਆਂ ਨੂੰ ਪਤਾ, ਹੁਣ ਚਲੋ ਕਈ ਐਗਰੀ ਵੀ ਕਰਦੇ ਆ ਕਿ ਨਹੀਂ ਵੀ ਕਰਦੇ ਆ। ਤੇ ਸਟਾਫਿੰਗ ਦੀਆਂ ਪ੍ਰੋਬਲਮਾਂ ਕਿ ਜਿੱਦਾਂ ਹੁਣ ਕਈ ਜਿਹੜੇ ਲੋਕੀ ਸੀਗੇ ਉਹਨੂੰ ਨਹੀਂ ਵਿਚਰਨਾ ਜਾਂ ਗੱਲਬਾਤ ਸਟਾਫ ਨਾਲ ਨਹੀਂ ਕਰ ਸਕਦੇ, ਆਫਿਸ ਦਾ ਮਾਹੌਲ ਜਿੱਦਾਂ ਵੀ ਹੁੰਦਾ। ਤੇ ਉਹਦੇ ਵਿੱਚ ਨਾ ਹੁਣ ਸ਼ਾਰਟੇਜ ਜਿਹੜੀ ਉਹ ਕਹਿੰਦੇ ਪੈ ਗਈ ਹੈ, ਨਾਨ ਪ੍ਰੋਫਿਟ ਦੇ ਵਿੱਚ ਵੀ ਸ਼ਾਰਟੇਜ ਪੈ ਗਈ ਹੈ ਕਿ ਉਹਨਾਂ ਨੂੰ ਵਕੀਲ ਨਹੀਂ ਲੱਭ ਰਹੇ ਕਿ ਜਿਹੜੇ ਇਨਫ ਇਹ ਕੇਸ ਕਰ ਸਕਦੇ ਆ, ਠੀਕ ਹੈ, ਜਾਂ ਹੈਂਡਲ ਕਰ ਸਕਦੇ ਆ ਜਾਂ ਕਰਨਾ ਚਾਹੁੰਦੇ ਆ। ਉਹ ਵਾਲਾ ਚੱਕਰ ਜਿਹੜਾ ਪੈ ਗਿਆ, ਨਾਨ ਪ੍ਰੋਫਿਟ ਦੀ ਫੰਡਿੰਗ ਬੰਦ ਕਰਤੀ। ਉਹਦੇ ਨਾਲ ਜਿਹੜਾ ਸੀਗਾ ਨਾਨ ਪ੍ਰੋਫਿਟਾਂ ਚੱਲੂਗੀਆਂ ਕਿੱਦਾਂ, ਉਹ ਕਿੱਦਾਂ ਅੱਗੇ EMPLOYEE ਹਾਇਰ ਕਰੂਗੀਆਂ, ਉਹ ਢਾਂਚਾ ਇਹਨਾਂ ਨੇ ਤੋੜਤਾ। ਵਿੱਚ ਜਿਹੜੇ ਲੈਂਗੁਏਜ ਲੂਗੁਏਜ ਇੰਟਰਪ੍ਰੇਟਰ ਇਦਾਂ ਦੇ ਜਿਹੜੇ ਫੰਡਡ ਸੀਗੇ, ਛੋਟੀਆਂ ਛੋਟੀਆਂ ਪੋਜੀਸ਼ਨਾਂ ਸੀਗੀਆਂ, ਕੋਰਟ ਅਪਾਇੰਟਡ ਜਿਹੜੀਆਂ ਫ੍ਰੀ ਆਫ ਕਾਸਟ ਸੀਗੀਆਂ, ਉਹ ਇਹਨਾਂ ਨੇ ਬੰਦ ਕਰਤੀਆਂ ਸਾਰੀਆਂ ਚੀਜ਼ਾਂ। ਫੀਸਾਂ ਵਧਾਤੀਆਂ। BIA ਦੀ $110 ਸੀ, ਉਹਨੂੰ ਸਿੱਧਾ ਹੀ ਇਹ ਨਹੀਂ ਕਿ 200 ਕਰਤੀ, 300 ਕਰਤੀ, $1010 ਕਰਤੀ। ਸੋ ਇਦਾਂ ਦੇ ਜਿਹੜੇ ਸੀਗੇ ਕੰਮ, ਉਹਦੇ ਵਿੱਚ ਵੀ ਡੈਡਲਾਈਨ ਸ਼ਾਰਟ ਕਰਨ ਦੀ ਕੋਸ਼ਿਸ਼ ਕਰਨ ਦੇ ਸੀਗੇ ਕਿ 30 ਦਿਨ ਦੀ ਜਗ੍ਹਾ 10 ਦਿਨ ਕਰੋ, ਤਾਂ ਚਲੋ ਚੰਗਾ ਹੋਇਆ, ਲਾਅ ਸੂਟ ਹੋ ਗਿਆ, ਉਹਨੇ ਰੋਕ ਲਿਆ। ਨਹੀਂ ਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਇੱਕ ਬੰਦਾ ਹੁਣੇ ਕੇਸ ਲੜ ਕੇ ਹਟਿਆ, ਉਹ 10 ਦਿਨਾਂ 'ਚ ਕਿੱਦਾਂ ਅਪੀਲ ਲਗਾ ਦੂਗਾ। ਤੇ 10 ਦਿਨਾਂ 'ਚ ਉਹ ਕਹਿੰਦੇ ਕਿ ਅਪੀਲ ਨਾਲੇ ਪੂਰੀ ਲੱਗਣੀ ਚਾਹੀਦੀ ਹੈ 100%। ਵਕੀਲ ਕਿੱਦਾਂ ਆਪਣਾ, ਉਹ ਕਿੱਦਾਂ ਇੰਨਾ ਸਾਰਾ ਕੰਮ ਕਿੱਦਾਂ ਕਰ ਲੂਗਾ ਉਹ।
10 ਦਿਨਾਂ ਦੇ ਅੰਦਰ ਹੀ ਜਿਹੜਾ ਸੀਗਾ ਕਿ ਜੱਜ ਦਾ ਜੇ ਫੈਸਲਾ ਵੀ ਨਹੀਂ ਆਇਆ, ਤੁਸੀਂ ਕਹਿੰਦੇ ਪਹਿਲਾਂ ਹੀ ਅਪੀਲ ਪੂਰੀ ਕਰਕੇ ਲਾਓ। ਤੇ ਇਦਾਂ ਦੀ ਬੜੀ ਧੱਕੇਸ਼ਾਹੀ ਜੀ ਕਰ ਰਹੇ ਸੀ। ਕਈ ਚੀਜ਼ਾਂ 'ਚ ਕੋਰਟ ਨੇ ਇੰਟਰਵੀਨ ਕਰਕੇ ਉਹਨਾਂ ਦਾ ਕੰਮ ਰੋਕਤਾ ਕਿ ਨਹੀਂ, ਤੁਸੀਂ ਜੇ ਇਦਾਂ ਕਰਦੇ ਆ ਤਾਂ ਫਿਰ ਤੁਸੀਂ ਅਪੀਲ ਨਹੀਂ, ਤੁਸੀਂ ਇਹ ਤਾਂ ਬੰਦੇ ਨੂੰ ਸਜ਼ਾ ਦੇ ਰਹੇ ਆ ਕਿ ਤੁਸੀਂ ਇੱਕ ਨਾ ਮਾਤਰ ਦੀ ਅਪੀਲ ਆ, ਉਹਦੇ ਵਿੱਚ ਬੰਦਾ ਕੀ ਫਾਈਲ ਕਰੂਗਾ? 10 ਦਿਨਾਂ ਤੁਸੀਂ ਫਾਈਲ ਨਹੀਂ ਪੜ੍ਹ ਸਕਦੇ ਪੂਰੀ ਬੰਦੇ ਦੀ। ਸੋ ਇਦਾਂ ਦੇ ਜਿਹੜੇ ਕੰਮਕਾਰ ਜਿਹੜੇ ਸੀਗੇ, ਤੇ ਹੁਣ ਆਈ ਡੋਨਟ ਨੋ ਔਨ ਬੈਲੈਂਸ ਜਿਹੜਾ ਹੈਗਾ ਜਿੱਧਰ ਨੂੰ ਧੱਕਾ ਚੱਲ ਰਿਹਾ ਉਧਰ ਨੂੰ ਚੱਲ ਰਿਹਾ, ਫਿਰ ਉਹੀ ਚੀਜ਼ ਜਿਹੜੀ ਹੋ ਰਹੀ ਆ ਤੇ ਉਹ ਸਿਸਟਮ ਨਾਲ ਆਪਾਂ ਡੀਲ ਕਰ ਰਹੇ ਆ। ਤੇ ਇਹਦੇ ਵਿੱਚ ਇਹ ਆ ਕਿ ਕਈ ਜਿਹੜੇ ਲੋਕੀ ਆ ਜਾਂ ਕਲਾਇੰਟ ਆ ਉਹ ਖੜ ਜਾਂਦੇ ਆ, ਜਿਗਰਾ ਉਹਨਾਂ 'ਚ ਹੁੰਦਾ, ਕਈ ਛੱਡ ਕੇ ਇੰਡੀਆ ਵੀ ਗਏ ਆ, ਕਈ ਪਛਤਾਉਂਦੇ ਵੀ ਆ ਬਾਅਦ 'ਚ ਕਿ ਕਿਉਂ ਛੱਡ ਗਏ ਆ। ਉਦੋਂ ਮਤਲਬ ਕਿ ਉਹਨਾਂ ਨੂੰ ਐਂ ਲੱਗਦਾ ਸੀ ਕਿ ਵਕੀਲ ਮੇਰਾ ਦੁਸ਼ਮਣ ਆ, ਕਿਤੇ ਇਹਨੂੰ ਹਾਇਰ ਨਾ ਕਰਨਾ ਪੈ ਜਾਵੇ ਅੱਗੇ, ਜਾਂ ਅੱਗੇ ਤੈਨੂੰ ਕਿਤੇ ਕੇਸ। ਤੇ ਉਹ ਏਦਾਂ ਸੀਗਾ ਕਿ ਹੁਣ ਜਿਹੜੇ ਕਈ ਲੋਕੀ ਸੀਗੇ ਉਹ ਬੈਠੇ ਆ। ਹੁਣ ਮਾਹੌਲ, ਇੱਕ ਮੈਂ ਵੀਡੀਓ ਬਣਾਈ ਸੀਗੀ ਵਿੱਚ ਕਿ ਤੁਹਾਡੇ ਰੇਡੀਓ ਤੇ ਨਾ ਗੱਲ ਕਰਦੇ, ਮੈਨੂੰ ਕਿਸੇ ਕਲਾਇੰਟ ਨੇ ਐਕਚੁਅਲੀ ਆ ਕੇ ਦੱਸੀ। ਮੈਨੂੰ ਵੀ ਮਤਲਬ ਆਪਾਂ ਹੁਣ ਚਲੋ ਕਈ ਕੁਝ ਬੋਲ ਜਾਈਦਾ ਇੱਥੇ ਰੇਡੀਓ ਤੇ, ਫ੍ਰੀ ਫਾਰਮੈਟ, ਆਪਾਂ ਕਿਹੜਾ ਕੋਈ ਸਕ੍ਰਿਪਟ ਤਾਂ ਆਪਾਂ ਲਿਖੀ ਨਹੀਂ ਹੋਈ, ਜੋ ਮਤਲਬ ਮਰਜ਼ੀ ਦੇ ਮਾਲਕ ਹੈ ਨਾ, ਕੋਈ ਚੱਕਰ ਨਹੀਂ, ਜਿਹਨੂੰ ਜਿੱਦਾਂ ਲੱਗੇ। ਮੈਨੂੰ ਇੱਕ ਬੰਦਾ ਬਾਹਰ ਛੁੱਟਿਆ, ਉਹਨੇ ਗੱਲ ਦੱਸੀ, ਕਹਿੰਦਾ ਭਾਜੀ ਆਪਣੇ ਨਾ, ਕਹਿੰਦਾ ਇੱਕ ਜੇਲ੍ਹ ਚੋਂ ਬੰਦਾ ਕਹਿੰਦਾ ਮੇਰੇ ਕੋਲ ਆਇਆ। ਉਹ ਕਹਿੰਦਾ ਯਾਰ ਇਹਨਾਂ ਨੇ ਰੇਡੀਓ ਤੇ ਗੱਲ ਕੀਤੀ ਸੀਗੀ ਕਿ ਹਾਲਾਤ ਹਮੇਸ਼ਾ ਇੱਕ ਵਰਗੇ ਨਹੀਂ ਰਹਿੰਦੇ, 2 ਕੁ ਮਹੀਨੇ 'ਚ ਲੱਗਦੀ ਆ ਉਮੀਦ ਕਿ ਚੇਂਜ ਹੋ ਜਾਊਗੀ। ਉਹ ਕਹਿੰਦਾ ਉਹਦੇ ਕਿਸੇ ਰਿਸ਼ਤੇਦਾਰ ਨੇ ਦੇਖੀ ਸੀਗੀ, ਉਹਨੇ ਬੰਦੇ ਨੂੰ ਕਿਹਾ, ਕਹਿੰਦਾ ਬੰਦੇ ਨੇ ਜੇਲ੍ਹ 'ਚ ਆ ਕੇ ਕਹਿੰਦਾ ਉਹਨਾਂ ਨਾਲ ਕਹਿੰਦਾ ਬੰਦੇ ਨੂੰ ਬੜਾ ਹੌਸਲਾ ਮਿਲਿਆ। ਤੇ ਕਈ ਬੰਦੇ ਜਿਹੜੇ ਸੀਗੇ ਉਹਨਾਂ ਨੇ ਗੱਲ ਉਹੀ ਸੀਗੀ, ਇਹ ਗੱਲ ਆਪਾਂ ਕਰ ਰਹੇ ਹਾਂ ਅਗਸਤ ਸਤੰਬਰ ਦੀ, ਉਦੋਂ ਹੇਬੀਅਸ ਦਾ ਕੰਮ ਨਹੀਂ ਜਿਹੜਾ ਚੱਲਿਆ ਸੀਗਾ। ਠੀਕ ਆ। ਉਹਦੇ ਵਿੱਚ ਹੁਣ ਨਾ 2 ਤਰ੍ਹਾਂ ਦੇ ਲੋਕੀ ਆ ਗਏ। ਇੱਕ ਜਿਹੜਾ ਸੀਗਾ ਪੈਸਾ ਬਟੋਰੋ ਤੇ ਵਾਪਸ ਜਾਓ, ਠੀਕ ਹੈ, ਸਿੱਧੀ ਡਾਇਰੈਕਟ ਗੱਲ ਇਹ ਉਹੀ ਆ ਕਿ ਤਾਂ ਕਰਕੇ ਨਾ ਕਈ ਵਾਰੀ ਡਾਇਰੈਕਟ ਜ਼ਿਆਦਾ ਕਹਿੰਦੇ ਜ਼ਿਆਦਾ ਬੋਲਦੇ ਇਹਨਾਂ ਤੋਂ, ਡਾਇਰੈਕਟ ਜਿਹੜੀ ਗੱਲ ਕਰੀਦੀ ਆ ਪਤਾ ਸਾਰੇ ਨੂੰ ਹੀ ਆ। ਉਹਨਾਂ ਨੇ ਕੀ ਕੀਤਾ ਕਿ ਨਕੰਮੇ ਵਿਅਕਤੀ ਦੇ ਅੱਗੋਂ ਯਾਰ ਦੋਸਤ ਨਕੰਮੇ, ਠੀਕ ਆ। ਹੁਣ ਇਹ ਵੀ ਗੱਲ ਕਹਿਣ ਤੋਂ ਲੋਕੀ ਡਰਦੇ ਆ ਕਿ ਚੱਲ ਏਦਾਂ ਨਾ ਹੋ ਜਾਵੇ, ਓਦਾਂ ਨਾ ਹੋ ਜਾਵੇ, ਪਰ ਜਿਹੜੀ ਸਿੱਧੀ ਜੀ ਗੱਲ ਆ, ਮਤਲਬ ਜਿਹਨੂੰ ਜਿੱਦਾਂ ਕਹਿਣਾ ਉਦਾਂ ਹੀ ਕਹਿਣਾ ਹੈ ਨਾ। ਤਾਂ ਹੀ ਹੁਣ ਤੁਸੀਂ ਸਾਡੇ ਨਾਲ ਵਿਚਰਦੇ ਆ। ਉਹ ਹੁਣ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜੇ ਸੀਗੇ ਜਿੱਦਾਂ ਮੈਂ ਉਹੀ ਕਹਿਣਾ ਕਿ ਡਾਇਰੈਕਟ ਫਲਾਈਟਾਂ ਵਾਲੇ ਜਿਹੜੇ ਹੈਗੇ, ਉਹ ਇੱਕ ਤਾਂ ਉਹਨਾਂ ਨੇ ਸਾਰੀ ਕਮਿਊਨਿਟੀ ਦਾ, ਭਾਈਚਾਰੇ ਦਾ ਸਾਰਾ ਹੀ ਕੰਮ ਖਰਾਬ ਕਰਤਾ। ਕਿਉਂਕਿ ਹੁਣ ਜੱਜ ਵੀ ਇਹੀ ਦੇਖ ਰਿਹਾ ਕਿ ਯਾਰ ਇਹ ਤਾਂ ਹੁਣੇ ਕਹਿੰਦਾ ਸੀ ਅਸਾਈਲਮ, ਹੁਣੇ ਇਹ ਪਹਿਲੇ ਉਹਦੇ ਵਿੱਚ ਹੀ ਕਹਿ ਰਿਹਾ, ਕੇਸ ਲੜ ਕੇ ਨਾਲ ਹੀ ਜੱਜ ਫੇਲ ਕਰਨ, ਨਾਲ ਹੀ ਨਹੀਂ ਜੀ ਮੈਨੂੰ ਵਾਪਸ ਭੇਜੋ, ਮੈਂ ਅਪੀਲ ਨਹੀਂ ਕਰਨੀ। ਜੱਜ ਕਹਿੰਦਾ ਤੂੰ ਹੁਣੇ ਤਾਂ ਮੈਨੂੰ ਕਹਿ ਰਿਹਾ ਸੀ ਮੇਰੀ ਜਾਨ ਨੂੰ ਖਤਰਾ, ਏਦਾਂ ਜਾ ਕੇ ਉੱਥੇ ਕੋਈ ਟੈਟੂ ਬਣਾ ਲਏ, ਕੋਈ ਵੀਡੀਓ ਬਣਾ ਲਈਆਂ, ਉੱਥੇ ਇੱਕ ਇੰਡੀਆ 'ਚ ਸਵਾਗਤ ਹੋ ਰਿਹਾ, ਢੋਲ ਵੱਜ ਰਹੇ ਆ। ਨੁਕਸਾਨ ਕਿਹਨੂੰ ਆ? ਜਿਹੜਾ ਵਿਚਾਰਾ ਬੰਦਾ ਜੂਝ ਰਿਹਾ ਇੱਥੇ, ਉਹਨਾਂ ਕਰ ਰਿਹਾ, ਉਹਨੂੰ ਸਾਰੀ ਕਮਿਊਨਿਟੀ ਨੂੰ ਉਹ ਮਤਲਬ ਉਹ ਜਿਹੜਾ ਫੁਕਰੀ ਜਿਹੜੀ ਸੀਗੀ ਉਹਨੂੰ, ਉਹਦੀ ਜਿਹੜੀ ਸੀਗੀ ਉਹਦਾ ਨੁਕਸਾਨ ਕਿਹਨੂੰ ਆ? ਸਾਰੀ ਕਮਿਊਨਿਟੀ ਨੂੰ। ਹੁਣ ਇਹਦੇ ਵਿੱਚ ਕੀ ਆ ਜਾਂਦਾ ਰਾਜਕਰਨ ਜੀ ਕਿ ਜਿਹੜਾ ਹੁਣ ਹਰੇਕ ਬੰਦਾ ਤਾਂ ਨਹੀਂ ਏਦਾਂ ਦੀ ਆਪਸ਼ਨ ਹੁੰਦੀ। ਹੁਣ ਮੈਂ ਉਹੀ ਕਹਿਣਾ ਨਾ, ਕਈ ਜਿਹੜੇ ਡਾਇਰੈਕਟ ਫਲਾਈਟਾਂ ਵਾਲੇ ਜਿਹੜੇ ਆਏ ਆ ਤੇ ਉਹ ਜਿਹੜੀ ਹੁਣ ਜਦੋਂ ਟ੍ਰੈਂਡ ਦੇਖਦੇ ਆ, ਉਹ ਵੀ ਦੇਖਦੇ ਆ ਕਿ ਬੰਦੇ ਨੂੰ ਜੇ ਫੜੋ, ਅੱਧੇ ਤਾਂ ਸਿੱਧੇ ਕਹਿੰਦੇ ਆ ਕਿ ਮੈਂ ਪਹਿਲੇ ਦਿਨ ਹੀ ਵਾਪਸ ਚੱਲ ਜਾਣਾ। ਤੇ ਅੱਗੋਂ ਹੁਣ ਆਈਸ ਵਾਲਿਆਂ ਨੂੰ ਵੀ ਪਤਾ, ਇਮੀਗ੍ਰੇਸ਼ਨ ਜੱਜ ਨੂੰ ਵੀ ਪਤਾ, ਉਹ ਵੀ ਤਾਂ ਫਿਰ ਇਹ ਚੀਜ਼ ਨੋਟਿਸ ਕਰਦੇ ਆ ਨਾ ਕਿ ਕਿੰਨੀ ਤਾਦਾਦ ਦੇ ਵਿੱਚ ਲੋਕੀ ਵਾਪਸ ਜਾ ਰਹੇ ਆ, ਵਲੰਟਰੀ ਡਿਪਾਰਚਰ ਲੈ ਰਹੇ ਆ। ਹੁਣ ਜਿਹੜਾ ਬੰਦਾ ਕੇਸ ਲੜਨਾ ਚਾਹੁੰਦਾ ਉਹਦੇ ਲਈ ਔਖਾ ਹੋ ਜਾਂਦਾ, ਠੀਕ ਹੈ ਕਿ ਨਹੀਂ। ਸੋ ਉਹਨਾਂ ਨੇ ਏਦਾਂ ਸੀਗਾ ਕਿ ਸਤੰਬਰ ਅਗਸਤ ਦੇ ਉਹਦੇ ਵਿੱਚ ਨਾ ਕੋਆਪਰੇਟ ਕਰਨਾ ਛੱਡਤਾ ਸੀਗਾ ਵਕੀਲਾਂ ਦੇ ਨਾਲ। ਕਈ ਬਦਤਮੀਜ਼ੀ ਵੀ ਕਰਦੇ ਸੀਗੇ, ਕਈ ਜਿਹੜੇ ਸੀਗੇ ਕਿ ਉਹ ਇੰਟਰਸਟਿਡ ਨਹੀਂ ਸੀਗੇ ਕੇਸ ਕੂਸ। ਉਹਨਾਂ ਨੂੰ ਏਦਾਂ ਸੀਗਾ ਕਿ ਜਾਦੂ ਦੀ ਛੜੀ ਜੀ ਘੁਮਾਤੀ, ਮੈਨੂੰ ਵਕੀਲ ਨੂੰ ਪੇ ਨਾ ਕਰਨਾ ਪਵੇ। ਉਹ ਕਾਫੀ ਜਿਹੜਾ ਟ੍ਰੈਂਡ ਜਿਹਾ ਚੱਲਿਆ, ਤੇ ਉਹਦੇ ਵਿੱਚੋਂ ਦੀ ਆਹ ਗੱਲ ਮੈਂ ਦੱਸਦਾ ਕਿ ਕਈ ਬੰਦੇ ਜਿਹੜੇ ਸੀਗੇ ਉਹ ਨਹੀਂ ਗਏ, ਉਹ ਗਰਾਊਂਡ ਆਪਣੀ ਸਾਂਭੀ ਰੱਖੀ ਆ। ਜਿਹੜੀ ਤੁਹਾਨੂੰ ਮੈਂ ਗੱਲ ਦੱਸਦਾ ਵੀਡੀਓ ਵਾਲੀ, ਕਿ ਤੁਸੀਂ ਕਿਹਾ ਸੀਗਾ ਕਿ ਇਹ 2-3 ਮਹੀਨੇ 'ਚ ਕੋਈ ਨਾ ਕੋਈ ਹੱਲ ਨਿਕਲ ਕੇ ਆਊਗਾ, ਕੋਰਟ ਆਊਗੇ, ਇਹ BS ਆਊਗੀ, ਹਨਾ। ਕਿਉਂਕਿ ਗੱਲ ਏਦਾਂ ਕਿ ਇਹ ਜਿਹੜਾ ਏਦਾਂ ਚੱਲਣਾ ਕਿ ਵਧੀਆ ਹੋਣਾ, ਮਾੜਾ ਹੋਣਾ, ਵਧੀਆ ਹੋਣਾ, ਲਾਇਰਸ ਨੇ ਮਤਲਬ ਇਹ ਉੱਤੇ ਥੱਲੇ ਹੁੰਦੀਆਂ ਰਹਿਣੀਆਂ ਚੀਜ਼ਾਂ। ਉਹ ਬੰਦੇ ਹੁਣ ਰੁਕ ਗਏ। ਤੁਸੀਂ ਕਈ ਵੀਡੀਓ ਦੇਖਦੇ ਆ ਸਾਡੇ ਸੋਸ਼ਲ ਮੀਡੀਆ ਤੇ, ਬੰਦੇ 6-6 ਮਹੀਨੇ ਅੰਦਰ ਸੀਗੇ, ਉਹ ਆ ਕੇ ਕਹਿੰਦੇ ਕਿ 6 ਮਹੀਨੇ ਅੰਦਰ ਸੀਗੇ, ਫਿਰ ਆ ਹੇਬੀਅਸ ਚੱਲਿਆ ਸਾਰਾ, ਕਈਆਂ ਦੇ ਫੇਲ ਹੋਏ, ਕਈਆਂ ਦੀਆਂ ਦੁਬਾਰਾ ਮਲਟੀਪਲ ਮੋਸ਼ਨਾਂ ਕਰ ਕੇ ਕਈ ਬੰਦੇ ਜਿਹੜੇ ਬਾਹਰ ਕਢਾਏ। ਉਹ ਹੁਣ ਦੱਸਦੇ ਕਿ ਕਹਿੰਦੇ ਭਾਜੀ ਜਿਹੜੇ ਬੰਦੇ ਗਏ ਆ ਇੰਡੀਆ ਉਹ ਪਛਤਾਉਂਦੇ ਆ, ਕਹਿੰਦੇ। ਸਹੀ ਹੈ। ਸੋ ਇਹ ਆ ਕਿ ਹੁਣ ਇਹਦੇ ਵਿੱਚ ਜਿਹੜੇ ਪਾਸੇ ਨੂੰ ਮਰਜ਼ੀ ਲੈ ਲਓ, ਮੈਂ ਉਹੀ ਕਹਿਣਾ ਕਿ ਲਾਈ ਲੱਗ ਨਾ ਬਣਿਆ ਕਰੋ, ਠੀਕ ਆ। ਆਪਣਾ ਕੇਸ ਜਿਹੜਾ ਤੁਹਾਡਾ ਡਿਫਰੈਂਟ ਸਿਨੈਰੀਓ ਜਿਹੜੇ ਹੈਗੇ ਆ, ਜਿਹੜਾ ਤੁਹਾਨੂੰ ਮੱਤ ਦੇ ਰਿਹਾ, ਉਹਦਾ ਕੇਸ ਹੋ ਸਕਦਾ 2022 'ਚ ਪਾਸ ਹੋਇਆ ਹੋਵੇ, 23 'ਚ ਹੋਇਆ, ਡਿਫਰੈਂਟ ਕਲਾਈਮੇਟ ਜਿਹੜਾ ਹੋ ਗਿਆ। ਤੇ ਲੈ ਦੇ ਕੇ ਜਿਹੜਾ ਕੀ ਹੁੰਦਾ ਕਿ ਵਕੀਲ ਉਨੇ ਕੀ ਹੁੰਦੇ ਆ, ਠੀਕ ਆ। ਕੰਮ ਦਾ ਪ੍ਰੈਸ਼ਰ ਵੀ ਜਿਹੜਾ ਸੀਗਾ
ਜਿਹੜੇ ਸਰ ਕੋ ਫਨ ਨਹੀਂ ਹੈਗਾ ਇਮੀਗ੍ਰੇਸ਼ਨ ਕੋਈ, ਕਿ ਤੁਸੀਂ ਕਹੋ ਕਿ ਵਕੀਲ ਨੇ ਉੱਦਾਂ ਹੀ ਜਾ ਕੇ ਜਿੱਦਾਂ ਮਰਜ਼ੀ ਜਾਦੂ ਕਰਕੇ ਕਢਾਤਾ। ਇਹਦਾ ਚਲੋ ਤੁਹਾਡੇ ਨਾਲ ਆ ਕੇ ਹੱਸ ਖੇਡ ਕੇ ਜਿਹੜਾ ਮੈਂ ਕਿਹਾ 4 ਗੱਲਾਂ ਕਰਕੇ ਚੱਲ ਜਾਈਦਾ। ਜਿਹੜਾ ਇਹ ਹੈ ਕਿ ਪਿੱਛੋਂ ਦੀ ਜਿਹੜਾ ਮੋਨੂਮੈਂਟਲ ਜਿਹੜਾ ਕੰਮ ਕਰਨਾ ਪੈਂਦਾ ਦਿਨ ਰਾਤ, ਜਿਹੜਾ ਤਾਂ ਕਰਕੇ ਇੱਕ ਜਿਹੜਾ ਰੀਜ਼ਨ ਹੈਗਾ, ਮੈਂ ਕਿਹਾ ਗੱਲਾਂ ਕਰਨ ਨੂੰ ਜਿਹੜਾ ਮਰਜ਼ੀ ਗੱਲਾਂ ਕਰੀ ਜਾਵੇ, ਜਿਹੜਾ ਸਿਸਟਮ ਹੁਣ ਤੁਹਾਡੇ ਮੂਹਰੇ ਲੈ ਕੇ ਆਏ ਆ, ਵਧਾਇਆ ਇਹਨੂੰ ਸਾਰਾ ਕੀਤਾ ਲੋਕਾਂ ਦੇ, ਇਹ ਕਰਨ ਨੂੰ ਮੈਂ ਕਿਹਾ ਬੜੇ ਜ਼ਿਆਦਾ ਆਵਰਸ ਜਿਹੜੇ ਲੱਗਦੇ ਆ ਵੀਕ ਦੇ ਵਿੱਚ, ਤੁਹਾਨੂੰ ਅੰਦਾਜ਼ਾ ਵੀ ਨਹੀਂ ਇਹਦਾ ਹੈਗਾ ਕਿ ਕਿਹੜੇ ਹਿਸਾਬ ਨਾਲ ਜਿਹੜਾ ਕਿੱਧਰੋਂ ਦੀ ਉਹ ਕਰਨਾ ਪੈਂਦਾ। ਬਸ ਇਹ ਹੈ ਕਿ ਆਪਾਂ ਨੂੰ ਵੀ ਇੱਕ ਕਹਿ ਲਓ ਕਿ ਪੋਜ਼ਿਟਿਵਿਟੀ ਜੀ ਮਿਲਦੀ ਰਵੇ, ਹਨਾ, ਐਗਜ਼ੈਕਟਲੀ। ਸਹੀ ਸਹੀ ਰਿਜ਼ਲਟ ਆਉਂਦੇ ਰਹਿਣ। ਠੀਕ ਹੈ, ਕਮਿਊਨਿਟੀ ਆਪਣੀ ਜਿਹੜੀ ਸੀਗੀ ਐਜ਼ ਅ ਹੋਲ ਜਿਹੜੀ ਸਹੀ ਡਾਇਰੈਕਸ਼ਨ ਨੂੰ ਚੱਲਦੀ ਰਵੇ, ਲੋਕਾਂ ਦੇ ਕੰਮਕਾਰ ਚੱਲਦੇ ਰਹਿਣ। ਸੋ ਉਹਦੇ ਨਾਲ ਏਦਾਂ ਕਿ ਭਾਈਚਾਰੇ ਦਾ ਮਤਲਬ ਇਹੀ ਹੈਗਾ ਕਿ ਹਰੇਕ ਬੰਦਾ ਜਿਹੜਾ ਸੀਗਾ ਉਹਨੂੰ ਨਾਲ ਖੜੇ ਹੋ ਕੇ ਤੁਰਨਾ ਪੈਣਾ। ਹੁਣ ਜਿਹੜੇ ਸਪੈਨਿਸ਼ ਆ ਉਹ ਵੀ ਖੜੇ ਹੋ ਕੇ ਤੁਰਦੇ ਆ, ਤੇ ਆਪਣਾ ਇੱਕ ਇਹੀ ਸੀਗਾ ਕਿ ਪਲੇਟਫਾਰਮ ਜੇ ਇੱਕ ਬਣ ਜਾਵੇ, ਕੱਲ ਨੂੰ ਹੁਣ ਪਤਾ ਨਹੀਂ ਹੋਰ ਅਗਲੇ 3.5 ਸਾਲਾਂ 'ਚ ਚੀਜ਼ਾਂ ਕਿੱਧਰਲੇ ਪਾਸੇ ਨੂੰ ਜਾਣੀਆਂ। ਤੇ ਗੱਲ ਉਹੀ ਆ ਗਈ ਕਿ ਜੇ ਔਖੀਆਂ ਹੁੰਦੀਆਂ ਤੇ ਫੇਰ ਕੋਈ ਨਾ ਕੋਈ ਹੱਲ ਕੱਢਾਂਗੇ ਉਹਦਾ, ਫੇਰ ਕੁਛ ਨਾ ਕੁਛ ਜਿਹੜਾ ਉੱਤੇ ਥੱਲੇ ਚੀਜ਼ਾਂ ਹੁੰਦੀਆਂ ਰਹਿਣੀਆਂ। ਸੋ ਇਹ ਜਿਹੜੀ ਸਥਿਤੀ ਜਿਹੜੀ ਬਣੀ ਹੋਈ ਆ, ਤੇ ਇਹਨੂੰ ਜਿਹੜਾ ਸਿਸਟਮ ਦੇ ਨਾਲ ਜਿਹੜਾ ਡੀਲ ਕਰਨਾ ਪੈਂਦਾ, ਤੇ ਜਿੱਦਾਂ ਲਾਅ ਹੈਗੇ ਆ ਤੁਹਾਨੂੰ ਦੱਸ ਦਈਦਾ ਸਾਰਾ। ਤੇ ਤੁਸੀਂ ਆਪਣੀ ਸਮਾਰਟ ਜਿਹੜੀ ਪਲੈਨਿੰਗ ਕਰੋ ਪਹਿਲਾਂ, ਟਾਈਮ ਸਿਰ ਕਿੱਦਾਂ ਕੀ ਆ। ਜਿਹੜੇ ਹੁਣ ਸਟ੍ਰਿਕਟ ਡਿਸੀਜਨ ਆ ਜਿਹੜੇ ਤੁਹਾਨੂੰ ਸਿੱਧੇ ਆ ਕੇ ਦੱਸਦੇ ਆ ਕਿ ਸੱਟਾਂ ਦੇ ਬਾਰੇ ਉਹ ਇਹ ਕਹਿੰਦੇ ਆ, ਇਹਦਾ ਮਤਲਬ ਆਹ ਚੀਜ਼ ਨਾਲ ਕੇਸ ਡਿਨਾਈ ਕੀਤਾ ਜਾ ਸਕਦਾ। ਉਹਦੇ ਵਿੱਚ ਹੁਣ ਮੈਂ ਕਿਹਾ ਜਿਹੜਾ ਉਹ ਵਾਲਾ ਬੰਦਾ ਕਿ ਨਹੀਂ ਜੀ ਇਹ ਤਾਂ ਨੈਗੇਟਿਵ ਖਬਰ ਆ, ਮੈਂ ਸੁਣਨੀ ਨਹੀਂ, ਮੈਨੂੰ ਕੋਈ ਇੰਟਰਸਟ ਨਹੀਂ ਹੈਗਾ ਕਿ ਤੁਸੀਂ ਸੁਣੋ ਨਾ ਸੁਣੋ, ਕੀ ਕਹੋ ਕਿੱਦਾਂ ਕਹੋ। ਗੱਲ ਹੈਗੀ ਕਿ ਜਿਹੜੇ ਬੰਦੇ ਨੇ ਸੁਣਨੀ ਆ, ਜਿਹੜਾ ਬੰਦਾ ਕੋਈ ਇਨਫੋਰਮੇਸ਼ਨ ਕੱਢ ਕੇ ਆਪਣੇ ਕੇਸ ਨੂੰ ਸੁਧਾਰ ਸਕਦਾ, ਤੁਹਾਨੂੰ ਇੱਕ ਸਟੈਂਡਰਡ ਆਫ ਪ੍ਰੈਕਟਿਸ ਕਿੱਧਰ ਨੂੰ ਜਾ ਰਿਹਾ ਉਹ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਇੱਥੇ, ਕਿ ਆ ਇੱਧਰਲੇ ਪਾਸੇ ਨੂੰ ਸਟ੍ਰਿਕਟ ਜਿਹੜੀਆਂ ਚੀਜ਼ਾਂ ਜਾ ਰਹੀਆਂ। ਇਹੀ 2 ਮਹੀਨੇ ਬਾਅਦ ਫਿਰ ਸੁਪਰੀਮ ਕੋਰਟ ਦਾ ਕੋਈ ਹੋਰ ਰਿਵਰਸ ਫੈਸਲਾ ਆ ਗਿਆ, ਵਧੀਆ ਹੋਇਆ, ਤੁਹਾਨੂੰ ਉਹ ਦੱਸ ਦੇਣਾ ਕਿ ਯਾਰ ਆਹ ਚੀਜ਼ ਏਦਾਂ ਹੱਲ ਹੋ ਗਿਆ, ਜੀ ਜੀ। ਅੱਜ ਨੇ ਆਹ ਸਟੈਂਡ ਲੈ ਲਿਆ। ਸੋ ਇਹ 3-3.5 ਸਾਲ ਜਿਹੜਾ ਸੀਗਾ, ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਚੀਜ਼ਾਂ ਕਿੱਧਰ ਨੂੰ ਜਾ ਰਹੀਆਂ, ਮੇਰੇ ਪੁਆਇੰਟ ਆਫ ਵਿਊ ਨਾਲ ਕੋਈ ਏਦਾਂ ਦਾ ਨਹੀਂ ਮੈਨੂੰ ਦਿਖ ਰਿਹਾ ਕਿ ਇਹ ਚੀਜ਼ਾਂ ਕੋਈ ਸਟਾਪ ਹੋ ਜਾਣੀਆਂ। ਮਿਡ ਟਰਮ ਇਲੈਕਸ਼ਨ ਤੋਂ ਬਾਅਦ ਬੜਾ ਕੁਝ ਚੇਂਜ ਹੋ ਸਕਦਾ, ਬਟ 6 ਮਹੀਨੇ ਆਉਣ ਵਾਲੇ ਸਰਕਾਰ ਨੇ ਆਪਣੀ ਕੋਸ਼ਿਸ਼ ਪੂਰੀ ਕਰਨੀ ਹੈ ਕਿ ਕੋਈ ਨਾ ਕੋਈ ਪੰਗੇ ਇਹ ਬੀਐਸ ਦੇ ਵਿੱਚ ਪੰਗੇ, ਤੇ ਉਹ ਨਵੇਂ ਪੰਗੇ ਲੈ ਕੇ ਆਉਂਦੇ ਆ, ਤੇ ਉਹਦੇ ਆਪਾਂ ਫਿਰ ਨਵੇਂ ਤੋੜ ਕੱਢੀ, ਤੇ ਬਸ ਆਹੀ ਹੈਗੀ ਲਾਅ ਪ੍ਰੈਕਟਿਸ ਸਾਰੀ। ਬਿਲਕੁਲ। ਬਾਕੀ ਨਾਲੇ ਅਟਾਰਨੀ ਟਿਰਕਿਆਣਾ ਜੀ ਇਹ ਵੀ ਗੱਲ ਆ ਨਾ ਵੀ ਚਲੋ ਤੁਸੀਂ ਨਹੀਂ ਸਾਨੂੰ ਸੁਣੋਗੇ, ਜਿਹਦੇ ਮੂਹਰੇ ਕੇਸ ਆ ਜੱਜ ਕਿੱਦਾਂ ਸੋਚਦਾ ਉਹਦਾ ਤੁਹਾਨੂੰ ਦੱਸ ਰਹੇ ਵੀ ਇਸ ਟਾਈਮ ਕੀ ਜਿਹੜੀ ਸਥਿਤੀ ਆ ਕੋਰਟਸ ਦੀ ਆ, ਮੈਂ ਕਿੱਦਾਂ ਦੇਖਣਾ, ਹੋਰ ਤੁਹਾਡੇ ਦੋਸਤਾਂ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਕਿੱਦਾਂ ਦੇਖਣਾ, ਉਹ ਮੈਟਰ ਨਹੀਂ ਕਰਦਾ। ਮੈਟਰ ਉਹ ਕਰਦਾ ਵੀ ਅਦਾਲਤ ਦੇ ਵਿੱਚ ਜਿਹਨੇ ਐਕਚੁਅਲੀ ਤੁਹਾਡੀ ਗੱਲ ਸੁਣ ਕੇ ਤੁਹਾਡੇ ਨਾਲ ਜੋ ਵਾਪਰਿਆ ਉਹਦੇ ਹਿਸਾਬ ਨਾਲ ਸੁਣ ਕੇ ਕੀ ਫੈਸਲਾ ਲੈਣਾ ਆ, ਉਹਦਾ ਮੈਟਰ ਕਰਦਾ, ਤੇ ਉਹਦੇ ਬਾਰੇ ਜਿਹੜੀ ਇਸ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਜਿਹੜੀ ਸ਼ੇਅਰ ਕਰ ਰਹੇ ਹਾਂ। ਅਟਾਰਨੀ ਟਿਰਕਿਆਣਾ ਜੀ, ਗਾਰਡੀਅਨਸ਼ਿਪ ਦੇ ਕੇਸਿਸ ਦਾ ਵੀ ਆਪਾਂ ਨੂੰ ਪਤਾ ਵੀ ਬਹੁਤ ਦੌਰ ਚੱਲਿਆ ਸੀਗਾ, ਉਹਦੇ ਨਾਲ ਕਾਫੀ ਕੁਛ ਸੀਗਾ। ਹੁਣ ਕੀ ਇਸ ਟਾਈਮ ਲੇਟੈਸਟ ਅਪਡੇਟ ਹੈਗੀ ਹੈ ਗਾਰਡੀਅਨਸ਼ਿਪ ਦੇ ਕੇਸਿਸ ਨੂੰ ਲੈ ਕੇ? ਸੋ ਗਾਰਡੀਅਨਸ਼ਿਪ ਦੇ ਵਿੱਚ ਉਹਨਾਂ ਨੇ ਇੱਕ ਫੈਸਲਾ ਕਰਤਾ ਜਿਹੜਾ ਕਿ ਕਾਫੀ ਮਾੜਾ ਫੈਸਲਾ ਲੋਕਾਂ ਦੇ ਲਈ। ਉਹਨਾਂ ਨੇ ਕੀ ਕਿਹਾ ਕਿ ਗਾਰਡੀਅਨਸ਼ਿਪ ਦੇ ਵਿੱਚ ਹੁਣ ਨਾ ਵੇਟਿੰਗ ਹੁੰਦੀ ਹੈ, ਡੇਟ ਕਰੰਟ ਨਹੀਂ ਹੁੰਦੀ। ਜਿੱਦਾਂ ਹੁਣ 2023 ਚੱਲਦੀ ਹੈ, ਮਤਲਬ ਕਿ ਜਿਹਨੇ 2023 ਚ ਫਾਈਲ ਕੀਤਾ ਸੀਗਾ ਉਹ ਹੁਣ ਜਿਹੜਾ ਗ੍ਰੀਨ ਕਾਰਡ ਆਪਣਾ ਫਾਈਲ ਕਰ ਸਕਦਾ 2026। ਸੋ ਲਗਭਗ ਲਾ ਲਓ ਤੁਸੀਂ 3 ਸਾਲ ਦੀ ਵੇਟ ਆ, ਪਹਿਲਾਂ ਇਹ 5 ਸਾਲ ਦੀ ਸੀਗੀ, ਸੋ ਥੋੜੀ ਜਿਹੀ ਇਹ ਜੰਪ ਕਰ ਗਈ। ਮਤਲਬ ਜਿਹਨੇ 2023 ਚ ਕੀਤਾ ਸੀਗਾ ਉਹ ਹੁਣ ਕਰ ਸਕਦਾ। ਜਿਹੜਾ ਇਹਦੇ ਲਈ ਹੁਣ ਕੀ ਹੋਣਾ ਹੁੰਦਾ ਕਿ ਜਿਹੜਾ ਜੱਜ ਹੈਗਾ ਉਹ ਏਦਾਂ ਨਾ ਹੋਵੇ ਕਿ ਤੁਹਾਡਾ ਕੇਸ ਫੇਲ ਹੋ ਜਾਵੇ ਤੇ ਜੱਜ ਤੁਹਾਨੂੰ ਰਿਮੂਵਲ ਦੇ ਦੇਵੇ, ਡਿਪੋਰਟ ਕਰ ਦੇਵੇ। ਇਹਦੇ ਵਿੱਚ ਜਿਹੜਾ ਸੀਗਾ BIA ਉਹਨੇ ਕੀ ਕਹਿਤਾ ਕਿ ਕਿਸੇ ਜੱਜ ਨੇ ਏਦਾਂ ਕੇਸ ਅੱਗੇ ਕੰਟੀਨਿਊ ਕੀਤਾ ਹੋਣਾ ਕਿ ਤੇਰੀ ਤਰੀਕ ਮੈਂ ਅੱਗੇ ਪਾਣਾ, ਤੇ ਸਰਕਾਰੀ ਵਕੀਲ ਦੇਖ ਲਓ ਤੁਸੀਂ, ਉਹਨਾਂ ਨੂੰ ਹਦਾਇਤਾਂ ਉਹਨਾਂ ਨੇ ਉਹ ਚੀਜ਼ ਅਪੀਲ ਕਰਤੀ ਕਿ ਲੈ ਜੱਜ ਕੇਸ ਬੰਦ ਕਿਉਂ ਕਰ ਰਿਹਾ, ਉਹ ਅੱਗੇ ਕਿਉਂ ਕਰ ਰਿਹਾ। BIA ਕਹਿੰਦੀ ਆ ਕਿ ਤੁਸੀਂ ਜੱਜ ਨੂੰ ਉਹ ਪਾਵਰ ਨਹੀਂ ਹੈਗੀ, ਤੁਸੀਂ ਕੇਸ ਗਾਰਡੀਅਨਸ਼ਿਪ ਇਹਨੇ ਕੀਤੀ ਆ ਜਾਂ ਇਹਦੀ ਅਪਰੂਵ ਵੀ ਹੋਈ ਆ, ਤੁਸੀਂ ਇਹਦੇ ਬੇਸ ਤੇ ਇਹਦਾ ਜਿਹੜਾ ਕੇਸ ਸੀਗਾ ਉਹ ਅੱਗੇ ਨਹੀਂ ਕਰ ਸਕਦੇ, ਜੱਜ ਕੋਲ ਪਾਵਰ ਨਹੀਂ ਹੈਗੀ। ਸੋ ਇਹਦੇ ਨਾਲ ਕੀ ਆ, ਹੁਣ ਮੰਨ ਲਓ ਕਿ ਕਿਸੇ ਦਾ ਗਾਰਡੀਅਨਸ਼ਿਪ ਅਪਰੂਵ ਆ ਜਾਂ ਕੁਛ ਆ, ਤੇ ਉਹ ਸਾਲ ਬਾਅਦ ਗ੍ਰੀਨ ਕਾਰਡ ਮੰਨ ਲਓ ਫਾਈਲ ਕਰ ਸਕਦਾ, ਸਾਰਾ ਕੁਝ ਉਹਦਾ ਵੱਟ ਤੇ ਪਿਆ। ਪਰ ਉਹਦੀ ਤਰੀਕ ਮੰਨ ਲਓ ਜੁਲਾਈ ਦੇ ਵਿੱਚ ਆ ਗਈ, ਉਹਨੇ ਜੱਜ ਨੂੰ ਕਹਿਣਾ ਕਿ ਤੂੰ ਆਪਣਾ ਫੈਸਲਾ ਸੁਣਾ ਇਹਦੇ ਉੱਤੇ, ਤੇ ਫੈਸਲੇ ਦੇ ਵਿੱਚ ਹੋਰ ਔਂਕੜਾਂ ਬਥੇਰੀਆਂ। ਇਹ ਖਬਰ ਹੁਣ ਤੁਹਾਨੂੰ ਕਰਨ ਦਾ ਕੀ ਮਤਲਬ ਹੈਗਾ, ਇਹਦੇ ਵਿੱਚ ਕਿਸੇ ਕਿ ਲੋਕਾਂ ਦਾ ਜਿਹੜਾ ਰਵੱਈਆ ਸਹੀ ਹੋਵੇ, ਕਿ ਤੁਸੀਂ ਗਲਤ ਆਪਣਾ ਕੋਈ ਪੁੱਠੇ ਸੱਜਣ ਮਿੱਤਰ ਦੀ ਸਲਾਹ ਨਾ ਮੰਗੋ। ਕਿਉਂਕਿ ਕੀ ਆ ਕਿ ਲੋਕਾਂ ਦੇ ਵਿੱਚ ਨਾ ਇਹਨਾਂ ਨੇ ਕੀ ਆ ਪਰਸੈਪਸ਼ਨ ਫੈਲਾਤੀ, ਕਿਉਂਕਿ ਤੁਹਾਨੂੰ ਉਹੀ ਦੱਸਿਆ ਕਿ ਵੈਦ ਹਕੀਮ ਵਕੀਲ ਹਰ ਕੋਈ ਬਣਿਆ ਫਿਰਦਾ ਅੱਜ ਕੱਲ। ਉਹਨੇ ਕਹਿਣਾ ਨਹੀਂ ਤੇਰੇ ਵਕੀਲ ਦੀ ਪ੍ਰੋਬਲਮ ਆ, ਉਹ ਜਿੱਦਾਂ ਮਰਜ਼ੀ ਬੰਦ ਕਰਾਵੇ, ਤੇ ਜਿਹਦਾ ਗਾਰਡੀਅਨ ਹੋਇਆ ਹੁੰਦਾ ਉਹ ਏਦਾਂ ਮਤਲਬ ਕਿ ਹਥਿਆਰ ਸੁੱਟ ਕੇ ਬੈਠਾ ਹੁੰਦਾ ਜਿੱਦਾਂ ਪਤਾ ਨਹੀਂ ਕੀ ਹੋ ਜਾਣਾ,
ਕਿ ਜੱਜ ਨੇ ਉਹਦੇ ਫੇਵਰ 'ਚ ਹੀ ਕਰਨਾ, ਕਿਤੇ ਹੱਕ ਹੀ ਬਣਦਾ ਉਹਦਾ ਕਿ ਜੱਜ ਨੇ ਕੇਸ ਬੰਦ ਕਰਨਾ ਹੀ ਕਰਨਾ। ਉਹ ਕਈ ਵਾਰੀ ਬੰਦਾ ਕਹਿੰਦੇ ਮਰ ਜਾਂਦਾ ਕਿ ਨਹੀਂ ਯਾਰ, ਤੈਨੂੰ ਤਰੀਕ ਆਪਣਾ ਕੇਸ ਵੱਲ ਫੋਕਸ ਕਰਨਾ ਚਾਹੀਦਾ, ਤੈਨੂੰ ਲੜਨਾ ਚਾਹੀਦਾ, ਇਹਦੇ ਮਟੀਰੀਅਲ ਦੇ ਇਹਦਾ ਕਰ ਲਾ। ਉਹ ਕਹਿੰਦਾ ਨਹੀਂ, ਮੈਂ ਨਹੀਂ ਕਰਨਾ। ਉਹਦੇ ਵਿੱਚ ਕਈ ਵਾਰੀ ਫਾਈਨੈਂਸ਼ੀਅਲ ਵਾਲਾ ਵੀ ਆ ਜਾਂਦਾ ਕਿ ਲੈ ਕਿਤੇ ਮੈਂ ਕਿਉਂ ਅੱਗੇ ਕਰਾਂ, ਮੇਰਾ ਗਾਰਡੀਅਨਸ਼ਿਪ ਤੇ ਹੀ ਮੈਨੂੰ ਹੋਵੇ। ਸੋ ਤੁਹਾਨੂੰ ਇਹ ਲਾਅ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਮਕਸਦ ਇਹ ਹੈਗਾ ਕਿ ਉਹ ਭੁਲੇਖੇ ਦੇ ਵਿੱਚ ਨਾ ਰਹਿ ਜਾਓ। ਠੀਕ ਹੈ, ਸੇਮ ਸੱਜਣ ਮਿੱਤਰ ਨੇ ਬਾਂਹ 'ਚ ਬਾਂਹ ਨਹੀਂ ਫੜਨੀ ਤੁਹਾਡੀ ਜਦੋਂ ਜੱਜ ਨੇ ਤੁਹਾਡੀ ਤਰੀਕ ਅੱਗੇ ਨਹੀਂ ਵਧਾਈ। ਠੀਕ ਹੈ, ਸੋ ਇਹਨੂੰ ਸਿੰਪਲ ਅੱਖਰਾਂ ਦੇ ਵਿੱਚ ਕਲੀਅਰ ਹੋਆ। ਇਹ ਕੀ ਹੈ, ਗੱਲ ਠਾਹ ਕਰਕੇ ਲੱਗਦੀ ਕਈਆਂ ਦੇ, ਤਾਂ ਕਰਕੇ ਜਿਹੜਾ ਸੀਗਾ ਡਾਇਲੋਗਬਾਜ਼ੀ ਜ਼ਿਆਦਾ ਜਿਹੜੀ ਹੋ ਜਾਂਦੀ ਆ। ਪਰ ਜਿਹੜਾ ਹੁਣ ਕਾਨੂੰਨ ਆ ਇਹ ਆ ਗਿਆ, ਜੱਜ ਦੇ ਹੱਥ ਜਿਹੜੇ ਉਹਨਾਂ ਨੇ ਬੰਨ੍ਹਤੇ ਆ। ਠੀਕ ਹੈ, ਤੇ ਇਹਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਅਸਾਈਲਮ ਦੇ ਕੇਸਾਂ ਤੇ ਫੋਕਸ ਕਰਨਾ ਪੈਣਾ। ਗਾਰਡੀਅਨਸ਼ਿਪ ਹੋ ਸਕਦਾ ਕਿ ਤੁਸੀਂ ਫਿਨਿਸ਼ ਲਾਈਨ ਤੇ ਨਾ ਪਹੁੰਚ ਪਾਓ। ਜਿਹਨਾਂ ਦੇ ਵੀ ਗਾਰਡੀਅਨਸ਼ਿਪ ਵਾਲੇ ਜਿਹੜੇ ਹੈਗੇ ਆਪਣੇ ਜਿਹੜੇ ਅਸਾਈਲਮ ਦੇ ਕੇਸ ਜਿਹਨਾਂ ਦੇ ਲੱਗੇ ਆ, ਉਹ ਫੋਕਸ ਕਰਨਾ ਸ਼ੁਰੂ ਕਰੋ। ਕਈ ਲੋਕਾਂ ਦੇ, ਇੱਕ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਸੀਗਾ ਕਿ ਮੇਰਾ ਅਸਾਈਲਮ ਦਾ ਕੇਸ ਨਹੀਂ ਚੱਲਦਾ, ਇਹਦਾ ਮਤਲਬ ਇਹੀ ਹੈ ਜਾਂ ਉਹ ਸੇਫ ਆਇਆ ਸੀ ਜਾਂ ਹੋਇਆ ਕਿ ਮੈਨੂੰ ਵੀ ਪ੍ਰੋਬਲਮ ਆ। ਨਹੀਂ, ਉਹਨੂੰ ਨਹੀਂ ਪ੍ਰੋਬਲਮ ਹੈਗੀ। ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਅਜੇ ਨਹੀਂ ਹੈਗਾ ਜਾਂ ਸਿਰਫ ਅਸਾਈਲਮ ਆਫਿਸ ਮੁਰੇ ਆਇਆ, ਜਿਹਨੂੰ ਐਂਟੀ ਇਸ਼ੂ ਨਹੀਂ ਹੋਇਆ, ਜਿਹੜਾ ਫੜਿਆ ਨਹੀਂ ਗਿਆ, ਇਮੀਗ੍ਰੇਸ਼ਨ ਕੋਰਟ ਮੁਰੇ ਨਹੀਂ ਹੈਗਾ, ਉਹਨੂੰ ਇਹ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜਾ ਬੰਦਾ ਬਾਰਡਰ ਥਾਣੀ ਆਇਆ ਸੀਗਾ, ਜਿਹਨੂੰ ਫੜ ਲਿਆ ਸੀਗਾ, ਜਿਹਨੂੰ ਨੋਟਿਸ ਟੂ ਅਪੀਅਰ ਇਸ਼ੂ ਆ, ਜਾਂ ਜਿਹਨੂੰ ਨਹੀਂ ਹੋਇਆ ਸੀ, ਉਹਨਾਂ ਨੇ ਅਸਾਈਲਮ ਆਫਿਸ ਭੇਜਤਾ ਸੀ, ਪਰ ਹੁਣ ਅਸਾਈਲਮ ਆਫਿਸ ਨੇ ਉਹਨਾਂ ਦਾ ਕੇਸ ਜਿਹੜਾ ਸੀਗਾ, ਤੁਸੀਂ ਕਹ ਲਓ ਇੱਕ ਤਰ੍ਹਾਂ ਰਿਜੈਕਟ ਕਰਕੇ ਉਹਨਾਂ ਨੂੰ ਕਿਹਾ ਕਿ ਕੋਰਟ ਮੁਰੇ ਜਾਓ। ਪਰ ਜਿਹੜਾ ਜੱਜ ਮੁਰੇ ਜਿਹੜੇ ਚਲੇ ਗਏ, ਇਮੀਗ੍ਰੇਸ਼ਨ ਕੋਰਟ ਮੁਰੇ ਜਿਹੜੇ ਚਲੇ ਗਏ, ਉਹਨਾਂ ਨੂੰ ਇਹ ਦਿੱਕਤ ਜਿਹੜੀ ਆਣੀ ਹੈ। ਉਹਨਾਂ ਨੂੰ ਆਪਣੇ ਜਿਹੜਾ ਸੀਗਾ, ਜਿਹਨਾਂ ਦੇ ਅਸਾਈਲਮ ਕੇਸ ਹੈਗੇ, ਉਹਨਾਂ ਨੂੰ ਉਹਨਾਂ ਤੇ ਵਰਕ ਕਰਨਾ ਪੈਣਾ। ਸੋ ਉਹ ਚੀਜ਼ ਜਿਹੜੀ ਸੀਗੀ ਕਾਫੀ ਪੁੱਠੀ ਸਲਾਹ ਆਪਣੀ ਕਮਿਊਨਿਟੀ 'ਚ, ਉਹ ਚੀਜ਼ ਨੂੰ ਜਿਹੜਾ ਤੁਸੀਂ ਸੁਧਾਰੋ ਤੇ ਉਹ ਚੀਜ਼ ਤੁਸੀਂ ਥੋੜੀ ਤੁਹਾਨੂੰ ਦੱਸੀ ਤਾਂ ਏਦਾਂ ਕਿ ਜਿਹੜੇ ਸਹੀ ਆ ਜਵਾਕ ਜੂਕ ਹੈਗੇ ਉਹਨਾਂ ਨੂੰ ਥੋੜੀ ਮੱਤ ਵੀ ਤੁਸੀਂ ਦਿਓ। ਠੀਕ ਹੈ, ਤਾਂ ਕਿ ਸਹੀ ਚੀਜ਼ ਜਿਹੜੀ ਸੁਣਨ। ਕਈ ਵਾਰੀ ਬਿਲਕੁਲ ਐਂਡ ਤੱਕ ਵੇਟ ਕਰਦੇ ਆ ਤੇ ਜੱਜ ਕਹਿੰਦਾ ਤੂੰ ਤੇ ਆਪਣੇ ਕੇਸ ਦੇ ਵਿੱਚ ਕੁਝ ਲਾਇਆ ਨਹੀਂ ਤੇ ਮੈਂ ਤੇਰਾ ਕੇਸ ਜਿਹੜਾ ਤੈਨੂੰ ਰਿਮੂਵ ਕਰਦਾ, ਤੇ ਉਹ ਫਿਰ ਜਿਹੜਾ ਸੀਗਾ ਗਾਰਡੀਅਨਸ਼ਿਪ ਵਗੈਰਾ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ। ਨਹੀਂ, ਫਿਰ ਤਾਂ ਸਖਤੀ ਵੱਲ ਨੂੰ ਕੰਮ ਜਿਹੜਾ ਹਰ ਇੱਕ ਪਾਸੇ ਹੀ ਆ। ਸੋ ਬਿਲਕੁਲ, ਸੋ ਉਹੀ ਸਿਚੁਏਸ਼ਨ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ। ਮਿਲਟਰੀ ਜੱਜਿਸ ਦੀ ਤੁਸੀਂ ਗੱਲ ਕੀਤੀ ਸੀ ਵੀ 47 ਕੁ ਹੋਰ ਨਵੇਂ ਜਿਹੜੇ ਆ ਉਹ ਅਪੁਆਇੰਟ ਕਰ ਰਹੇ ਆ। ਇਹ ਮਿਲਟਰੀ ਜੱਜਿਸ ਕੀ ਜ਼ਿਆਦਾ ਇੱਦਾਂ ਦੀਆਂ ਜਿਹੜੇ ਕੋਰਟਸ ਆ ਉਹਨਾਂ ਵਿੱਚ ਆ ਜਿੱਥੇ ਜ਼ਿਆਦਾ ਪਹਿਲਾਂ ਕਹਿ ਲਓ ਵੀ ਕੇਸ ਪਾਸ ਕੀਤੇ ਜਾਂਦੇ ਸੀ, ਜਾਂ ਸਾਰੇ ਪਾਸੇ ਹੀ ਲਗਾਏ ਜਾ ਰਹੇ? ਸਾਰੇ ਪਾਸੇ ਹੀ ਆ। ਇਵਨ ਕੰਕਰਡ ਦੇ ਵਿੱਚ ਵੀ ਆ ਗਏ ਆ ਮਿਲਟਰੀ ਜੱਜਿਸ, ਤੇ ਥੱਲੇ ਵੀ ਜਿਹੜੇ ਸਦਰਨ ਕੈਲੀਫੋਰਨੀਆ 'ਚ ਉਹਦੇ ਵਿੱਚ ਵੀ ਮਿਲਟਰੀ ਜੱਜਿਸ ਆ ਗਏ ਆ। ਜ਼ਰੂਰੀ ਨਹੀਂ ਕਿ ਸਾਰੇ ਮਿਲਟਰੀ ਜੱਜਿਸ ਨੇ ਡਿਨਾਈ ਕਰਨਾ, ਕਈ ਮਿਲਟਰੀ ਜੱਜ ਵਧੀਆ ਵੀ ਹੈਗੇ ਨੇ। ਮੈਂ ਸੁਣਿਆ ਕਈਆਂ ਤੋਂ ਕਿ ਕਈ ਵਕੀਲਾਂ ਨੇ ਕਿਹਾ ਕਿ ਮਿਲਟਰੀ ਜੱਜ ਨੇ ਕੇਸ ਜਿਹੜਾ ਗ੍ਰਾਂਟ ਕਰਤਾ ਸੀਗਾ। ਤੇ ਪਰ ਜ਼ਿਆਦਾਤਰ ਜਿਹੜਾ ਸੀਗਾ ਮਿਲਟਰੀ ਜੱਜ ਦਾ ਜਿਹੜਾ ਸੀਗਾ, ਕਿਉਂਕਿ ਦੇਖੋ ਜਿਹੜਾ ਹੁਣ ਮਿਲਟਰੀ ਜੱਜ ਕੀ ਹੁੰਦਾ ਜਾਂ ਜੱਜ ਐਡਵੋਕੇਟ ਜਨਰਲ ਕੀ ਹੁੰਦਾ, ਕਿਸੇ ਵੀ ਕੰਟਰੀ 'ਚ ਉਹ ਸਰਕਾਰ ਲਈ ਕੰਮ ਕਰਦੇ। ਉਹਨਾਂ ਨੇ ਜਿਹੜੇ ਆਰਮੀ ਉਰਮੀ ਵਾਲੇ ਜਿਹੜੇ ਹੁੰਦੇ ਆ ਮਹਿਕਮਿਆਂ ਦੇ ਕੇਸ ਜਿਹੜੇ ਦੇਖਣੇ ਹੁੰਦੇ ਆ, ਉਹ ਇੱਕ ਡਿਫਰੈਂਟ ਸੈਟਿੰਗ ਹੁੰਦੀ ਆ। ਉਹ ਏਦਾਂ ਨਹੀਂ ਕਿ ਸਿਵਿਲੀਅਨ ਕੇਸ ਜਾਂ ਜੱਜ ਉਹ ਨਹੀਂ ਕਿ ਬਿਲਕੁਲ ਡਿਟੇਲ ਦੇ ਵਿੱਚ ਐਵੀਡੈਂਸ ਦੇ ਨਾਲ ਜਿਹੜਾ ਚੱਲਦੇ ਆ। ਉਹਨਾਂ ਦੇ ਡਿਫਰੈਂਟ ਰੂਲ ਸੈੱਟ ਜਿਹੜਾ ਹੁੰਦਾ, ਡਿਫਰੈਂਟ ਮਾਈਂਡ ਸੈੱਟ ਥੋੜਾ ਜਿਹਾ ਹੁੰਦਾ। ਜੇ ਤੁਹਾਡਾ ਕੇਸ ਵਾਕਈ ਸਟਰੋਂਗ ਹੈਗਾ, ਜੇ ਕੋਈ ਮਿਲਟਰੀ ਜੱਜਾਂ ਨੂੰ ਐਕਸਪੀਰੀਅੰਸ ਵੀ ਆ, ਉਹ ਇੱਧਰ ਉੱਧਰ ਕਈ ਕੰਟਰੀਆਂ 'ਚ ਗਏ ਵੀ, ਉਹਨਾਂ ਨੇ ਰੀਅਲ ਕਨਫਲਿਕਟ ਵੀ ਦੇਖਿਆ ਵਾ। ਕਈ ਲੋਕੀ ਹੋ ਸਕਦਾ ਕਿ ਕੰਬੈਟ ਜ਼ੋਨ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ, ਡਰਿਲਾਂ ਡਰੁਲਾਂ ਦੀ ਟ੍ਰੇਨਿੰਗ ਮਤਲਬ ਕਿ ਉਹ ਟਫ ਬੰਦੇ ਹੈਗੇ ਆ, ਉਹ ਪੋਲੇ ਬੰਦੇ ਨਹੀਂ ਹੈਗੇ। ਸੋ ਇਹ ਸੀਗਾ ਕਿ ਇੱਕ ਜਿਹੜੇ ਜੱਜ ਦਾ ਇੱਕ ਹੁਣ ਤਾਂ ਜਿਹੜਾ 9th ਸਰਕਿਟ ਨੇ ਜੇ ਕਹਿਤਾ ਕਿ ਸਿੰਪਲ ਹੌਕੀਆਂ ਜਾਂ ਡੰਡੇ ਵੱਜੇ ਆ, ਉਹਨੂੰ ਪਾਸਟ ਪ੍ਰੋਸੀਕਿਊਸ਼ਨ ਨਹੀਂ ਮੰਨਿਆ ਜਾਂਦਾ। ਤੇ ਉਹਦੇ ਵਿੱਚ ਮੈਨੂੰ ਲੱਗਦਾ ਮਿਲਟਰੀ ਜੱਜ ਦਾ ਜਿਹੜਾ ਸੀਗਾ ਉਹਨੂੰ ਕਨਵਿੰਸ ਕਰਨਾ ਜਿਹੜਾ ਮੁਸ਼ਕਿਲ ਹੋ ਜਾਣਾ। ਕਿਉਂਕਿ ਮਿਲਟਰੀ ਜੱਜ ਨੇ ਕਹਿਣਾ ਇੱਕ ਤਾਂ ਲਾਅ ਇਹ ਚੀਜ਼ ਕਹਿੰਦੀ ਆ ਕਿ ਇਹ ਸੱਟ ਉਸ ਲੈਵਲ ਦੀ ਨਹੀਂ, ਤੇ ਦੂਜਾ ਮੈਂ ਖੁਦ ਵੀ ਨਹੀਂ ਇਸ ਚੀਜ਼ ਨੂੰ ਮੰਨਦਾ। ਸੋ ਇਹ ਚੀਜ਼ ਸੀਗੀ ਕਿ ਲੈ ਦੇ ਕੇ ਮੁੱਕਦੀ ਗੱਲ ਇਹ ਕਿ ਮਿਲਟਰੀ ਜੱਜ ਹੈਗੇ ਬੜੇ ਰਿਸਪੈਕਟਫੁਲ ਨੇ, ਬੜਾ ਵਧੀਆ ਪ੍ਰੋਸੀਜਰ ਜਿਹੜਾ ਕਰਦੇ ਨੇ, ਪਰ ਉਹਨਾਂ ਨੇ ਜਿਹੜਾ ਸੀਗਾ ਲਾਅ ਜਿਹੜਾ ਹੁੰਦਾ ਸਰਕਾਰ ਦਾ ਜਿੱਦਾਂ ਹੁੰਦਾ, ਉਹਨੂੰ ਸਟ੍ਰਿਕਟ ਜਿਹੜੀ ਇੰਟਰਪ੍ਰੀਟੇਸ਼ਨ ਉਹਨੇ ਦੇਣੀ, ਉਹਨੇ ਕੋਈ ਉਹਦੇ ਵਿੱਚ ਢਿੱਲ ਨਹੀਂ ਕਰਨੀ ਹੈਗੀ। ਨਹੀਂ, ਬਿਲਕੁਲ ਇਹ ਤਾਂ ਸਹੀ ਗੱਲ ਆ। ਬਿਕੋਜ਼ ਉਹ ਜਿਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਹਿਸਾਬ ਨਾਲ ਉਹ ਉਹਨਾਂ ਨੇ ਦੇਖਿਆ ਆ, ਕੰਬੈਟ ਦੇਖਿਆ ਹੋਊਗਾ, ਕਈ ਕੁਝ ਦੇਖਿਆ ਆ। ਸੋ ਛੋਟੀ ਮੋਟੀ ਸੱਟ ਚੋਟ ਨੂੰ ਤਾਂ ਉਹ ਵੀ ਬਸ ਐਵੇਂ ਟਿੱਚ ਜਿਹਾ ਹੀ ਜਾਣਦੇ ਹੁੰਦੇ ਆ। ਸੋ ਮਤਲਬ ਲੋਕਾਂ ਦੇ ਲਈ ਉੱਤੋਂ ਸੁਪਰੀਮ ਕੋਰਟ ਦਾ ਲਾਅ ਜਿੱਦਾਂ ਤੁਸੀਂ ਦੱਸਿਆ, ਤੇ ਉੱਤੋਂ ਮਿਲਟਰੀ ਜੱਜ ਵੀ ਹੋਰ ਵੀ ਜ਼ਿਆਦਾ ਕੰਮ ਜਿਹੜਾ ਉਹ ਔਖਾ ਇਸ ਦੇ ਵਿੱਚ ਹੋ ਜਾਊਗਾ। ਸੋ BIA ਅਪੀਲਸ ਨੂੰ ਦੱਸਿਓ ਵੀ ਕੀ ਇਸ ਟਾਈਮ ਸਿਚੁਏਸ਼ਨ ਚੱਲ ਰਹੀ ਆ। ਤੁਸੀਂ ਵਿੱਚ ਹੁਣੇ ਜ਼ਿਕਰ ਕੀਤਾ ਸੀਗਾ ਵੀ ਇਹ 30 ਦਿਨ ਤੋਂ 10 ਦਿਨ ਕਰਨਾ ਚਾਹੁੰਦੇ ਸੀਗੇ। ਸੋ ਆਲਦੋ ਉਹਦੇ ਉਲਟ ਕੇਸ ਜਿਹੜਾ ਇਹਨਾਂ ਨੇ
ਕੀਤਾ ਹੋਇਆ ਆ, ਹੋਰ ਐਡਵੋਕੇਸੀ ਗਰੁੱਪਸ ਨੇ। ਸੋ BIA ਅਪੀਲਸ ਦਾ ਕਿੱਦਾਂ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ? ਜਿਹੜਾ 10 ਦਿਨ ਵਾਲਾ ਸੀਗਾ ਰੂਲ, ਉਹਨੂੰ ਤਾਂ ਠੱਲ ਪੈ ਗਈ, ਉਹ ਮਤਲਬ ਅੱਗੇ ਨਹੀਂ ਵਧੀਆ, ਲਾਅ ਸੂਟ ਹੋ ਗਿਆ, ਉੱਤੇ ਵੇਟ ਕਰਨੀ ਪੈਣੀ ਹੈ। ਉਹ ਮੈਨੂੰ ਲੱਗਦਾ ਵੈਸੇ ਵੀ ਬੇਕਾਰ ਦੀ ਚੀਜ਼ ਸੀਗੀ, ਕਿਉਂਕਿ ਸਰਕਟ ਕੋਰਟ ਨੇ ਵੀ ਐਗਰੀ ਨਹੀਂ ਕਰਨਾ ਕਿ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ, ਤੁਸੀਂ ਨਾਮ ਦੀ ਅਪੀਲ ਰੱਖਤੀ ਹੈ। ਉਹ ਚੀਜ਼ ਚਲੋ ਫਿਲਹਾਲ ਸਾਡੀ ਪ੍ਰੋਬਲਮ ਨਹੀਂ ਹੈਗੀ, ਉਹ ਪ੍ਰੋਬਲਮ ਫॉर ਅਦਰ ਡੇ ਆ। ਜਿਹੜੀ ਮੇਨ ਪ੍ਰੋਬਲਮ ਇਹ ਹੈਗੀ ਕਿ ਜਿਹੜੀ BIA ਆ ਉਹ ਬੋਲਦੀ ਆ ਪੂਰੀ ਸਰਕਾਰ ਦੀ, ਉਹ ਇੱਕ ਨਿਊਟਰਲ ਏਜੰਸੀ ਕਿਸੇ ਪਾਸੋਂ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਸਾਰੇ ਜਿਹੜੇ ਵੀ ਫੈਸਲੇ ਦਿੱਤੇ ਆ, ਸਾਰੇ ਫੈਸਲੇ ਜਿਹੜੇ ਉਹਨਾਂ ਦੇ ਮਾੜੇ ਜਿਹੜੇ ਹੈਗੇ, ਜਿਹੜੇ ਲੀਡਿੰਗ ਫੈਸਲੇ ਨਹੀਂ ਹੁੰਦੇ ਕਿ ਇਮੀਗ੍ਰੇਸ਼ਨ ਕੋਰਟ ਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਗਾਰਡੀਅਨਸ਼ਿਪ ਦੇ ਹੋ ਗਏ, ਭਾਵੇਂ ਉਹ ਯੂ ਵੀਜ਼ੇ ਵਾਲੇ ਹੋ ਗਏ, ਭਾਵੇਂ ਉਹ ਸੱਟਾਂ ਨੂੰ ਲੈ ਕੇ ਹੋ ਗਏ, ਭਾਵੇਂ ਉਹ ਆਹ ਚੀਜ਼ ਹੋ ਗਈ ਕਿ ਕਿਹੜੇ ਬੰਦੇ ਨੂੰ ਫੜ ਕੇ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ। ਤਾਂ BIA ਦਾ ਸਿੱਧਾ ਏਦਾਂ ਲੱਗਦਾ ਕਿ ਜਿੱਦਾਂ ਐਗਜ਼ੈਕਟਲੀ ਉਹ ਜਿਹੜੀ ਸਰਕਾਰ ਦੀ ਬੋਲੀ ਆ ਉਹੀ ਬੋਲਦੇ ਆ ਕਿ ਕਿਹੜੇ ਹਿਸਾਬ ਨਾਲ ਲਾਅ ਜਿਹੜਾ ਚੱਲਣਾ ਚਾਹੀਦਾ। ਤੇ BIA ਜਿਹੜਾ ਹੈਗਾ ਉਹਦੇ ਵਿੱਚੋਂ ਦੀ ਇਸ ਵੇਲੇ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉੱਥੋਂ ਤੁਸੀਂ ਕੇਸ ਜਿੱਤ ਸਕਦੇ ਆ, ਅਨਲੈਸ ਜੱਜ ਨੇ ਗਲਤੀ ਕੀਤੀ, ਕੋਈ ਲੀਗਲ ਉਹਦੀ ਗਲਤੀ ਆ, ਕੋਈ ਚੀਜ਼ ਉਹਨੇ ਰਿਵਿਊ ਨਹੀਂ ਕੀਤੀ ਸੀਗੀ ਇਦਾਂ ਦਾ। ਅਦਰਵਾਈਜ਼ ਉਹਨੇ ਕਹਿਣਾ ਕਿ ਜੋ ਜੱਜ ਨੇ ਕਿਹਾ ਉਹ ਸਹੀ ਕਿਹਾ। ਤੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਟ ਕੋਰਟ ਦਾ ਵੀ ਜਿਹੜਾ ਰਿਵਿਊ ਲਿਮਿਟਡ ਹੋ ਗਿਆ। ਠੀਕ ਹੈ ਜੀ। ਜੀ, ਸੋ ਇਸ ਦੇ ਵਿੱਚ ਤੁਸੀਂ 9 ਸਰਕਟ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਵੀ ਜਿਹੜੀ ਉਹ ਗੱਲ ਕੀਤੀ ਸੀ। ਸੋ ਜੇ ਇੱਕ ਵਾਰੀ ਦੁਬਾਰਾ ਐਕਸਪਲੇਨ ਕਰਨਾ ਹੋਵੇ ਇਸ ਸੁਪਰੀਮ ਕੋਰਟ ਦੇ 9 ਸਰਕਟ ਵਾਲੀ ਜਿਹੜੀ ਇਸ ਗੱਲ ਨੂੰ, ਜਿਹੜੇ ਲੋਕ ਨਹੀਂ, ਜਿਨ੍ਹਾਂ ਨੂੰ ਅਜੇ ਤੱਕ ਪਤਾ ਲੱਗਾ, ਮੋਸਟਲੀ ਪਤਾ ਲੱਗ ਹੀ ਗਿਆ ਹੋਣਾ, ਪਰ ਫਿਰ ਵੀ ਜਿਹਨੂੰ ਮੰਨ ਲਓ ਵੀ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ, ਕਿੱਦਾਂ ਅਫੈਕਟ ਕਰਨ ਜਾ ਰਿਹਾ ਇਹ ਫੈਸਲਾ? ਹਾਂਜੀ, ਸੁਪਰੀਮ ਕੋਰਟ ਵਾਲਾ ਐਕਚੁਅਲੀ 9 ਸਰਕਟ ਵਾਲਾ ਨਹੀਂ ਸੀਗਾ। ਹਾਂਜੀ, 9 ਸਰਕਟ ਵਾਲਾ ਜਿਹੜਾ ਸੀਗਾ ਫੈਸਲਾ ਉਹ ਕੀ ਸੀਗਾ, 9 ਸਰਕਟ ਨੇ ਬਲਜੀਤ ਸਿੰਘ ਵਰਸਸ ਬੌਂਡੀ ਦਾ ਇੱਕ ਕੇਸ ਦਸੰਬਰ ਦੇ ਵਿੱਚ ਫੈਸਲਾ ਦਿੱਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਬੰਦੇ ਦੇ ਉੱਤੇ ਹਾਕੀ ਸਟਿੱਕਾਂ ਆ, ਉਹ ਪਾਰਟੀ ਦਾ ਕੇਸ ਸੀਗਾ, ਆਪਣੇ ਪੰਜਾਬੀ ਮਾਨ ਪਾਰਟੀ ਦਾ ਕੇਸ ਸੀਗਾ। ਉਹਨਾਂ ਨੇ ਸਿੱਧੇ ਕਿਹਾ ਕਿ ਜੇ ਬੰਦੇ ਤੇ ਹਮਲੇ ਹੋਏ ਆ ਸੋਟੀਆਂ ਨਾਲ, ਡੰਡਿਆਂ ਨਾਲ, ਜਿੱਦਾਂ ਕਿ ਮੈਜੋਰਟੀ ਆਫ ਕੇਸਾਂ 'ਚ ਹੈਗੇ ਆ, ਉਹ ਚੀਜ਼ ਨੂੰ ਆਪਾਂ ਪਾਸਟ ਪਰਸੀਕਿਊਸ਼ਨ ਨਹੀਂ ਮੰਨਦੇ ਹੈਗੇ। ਸੋ 9 ਸਰਕਟ ਨੇ ਕਹਿ ਦਿੱਤਾ। ਉਹ ਕਹਿੰਦੇ ਆ ਕਿ ਇਹ ਜਿਹੜਾ ਕੇਸ ਸੀਗਾ, ਜਿਹੜੇ ਥੱਲੜੀਆਂ ਅਦਾਲਤਾਂ ਹੈਗੀਆਂ, ਇਮੀਗ੍ਰੇਸ਼ਨ ਜੱਜ ਹੈਗਾ, ਉਹ ਸਿੱਧੇ ਡਿਨਾਈ ਕਰ ਸਕਦਾ ਇਸ ਬੇਸ ਤੇ। ਉਹ ਜਿਹੜਾ ਸੀਗਾ ਕੋਰਟ ਦੇ ਵਿੱਚ ਜੱਜ ਇਹ ਕਹਿ ਸਕਦਾ ਕਿ ਜੋ ਤੂੰ ਗੱਲਾਂ ਦੱਸੀਆਂ ਸਾਰੀਆਂ ਮੈਂ ਮੰਨ ਲਈਆਂ ਐਪਲੀਕੇਸ਼ਨ ਦੇ ਵਿੱਚ, ਪਰ ਕਿਉਂਕਿ 9 ਸਰਕਟ ਦਾ ਫੈਸਲਾ, ਉਹ ਕਹਿੰਦਾ ਕਿ ਇਹਨੂੰ ਆਪਾਂ ਪਾਸਟ ਪ੍ਰੋਸੀਕਿਊਸ਼ਨ ਨਹੀਂ ਮੰਨਣਾ, ਤੇ ਇਸ ਬੇਸ ਤੇ ਜਿਹੜਾ ਸੀਗਾ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਕਿ ਤੁਸੀਂ ਦੱਸੋਗੇ ਫਿਊਚਰ ਤੁਹਾਨੂੰ ਕਿਉਂ ਖਤਰਾ। ਸੋ ਸਟੈਂਡਰਡ ਥੋੜਾ ਜਿਹਾ ਮੁਸ਼ਕਿਲ ਹੋ ਗਿਆ। 9 ਸਰਕਟ ਕੀ ਕਹਿੰਦਾ ਸੀਗਾ, 9 ਸਰਕਟ ਦੇ ਵਿੱਚ ਵੀ ਜਿੱਦਾਂ ਸਪਲਿਟ ਆ ਜਾਂਦਾ, ਕਈ ਜੱਜ ਰਾਈਟ ਵਿੰਗ ਆ, ਕਈ ਲੈਫਟ ਵਿੰਗ ਆ, ਕਈ ਵਧੀਆ, ਕਈ ਨਹੀਂ ਵਧੀਆ, ਕਈ ਮਾਨ ਪਾਰਟੀ ਦੇ ਦੁਸ਼ਮਣ ਆ, ਕਈ ਮਾਨ ਪਾਰਟੀ ਦੇ ਦੋਸਤ ਆ, ਕਈ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਜਿਹੜਾ ਇਹ ਵਾਲਾ ਫੈਸਲਾ ਸੀਗਾ, ਇਹਦੇ ਵਿੱਚ ਜੱਜਾਂ ਨੇ ਜਿਹੜਾ ਇਹ ਕਿਹਾ ਕਿ ਉਹਨਾਂ ਨੇ 9 ਸਰਕਟ ਨੂੰ ਹੀ ਐਕਚੁਅਲੀ ਟਿੱਪਣੀ ਕੀਤੀ ਕਿ 9 ਸਰਕਟ ਦਾ ਸਟੈਂਡਰਡ ਸਹੀ ਨਹੀਂ ਆ। 9 ਸਰਕਟ ਜਿਹੜੇ ਜੱਜ ਆ ਕਦੀ ਇੱਧਰਲੇ ਪਾਸੇ ਨੂੰ ਹੋ ਜਾਂਦੇ, ਕਦੀ ਉਧਰਲੇ ਪਾਸੇ ਨੂੰ ਹੋ ਜਾਂਦੇ, ਇਹਨੂੰ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ। 9 ਸਰਕਟ 'ਚ ਕੀ ਚੱਲਦਾ ਸੀਗਾ, ਤੋਂ ਟੋਟੈਲਿਟੀ ਆਫ ਸਰਕਮਸਟੈਂਸਿਸ, ਉਹ ਕਹਿੰਦੇ ਸੀ ਕਿ 9 ਸਰਕਟ ਨੇ ਆਪ ਹੀ ਸਟੈਂਡਰਡ ਬਣਾਇਆ, ਇਦਾਂ ਦਾ ਕੋਈ ਸਟੈਂਡਰਡ ਨਹੀਂ ਹੈਗਾ। 9 ਸਰਕਟ ਕੀ ਕਰ ਰਿਹਾ ਸੀਗਾ, ਉਹ ਕਹਿੰਦੇ 2 ਹਮਲੇ ਧਮਕੀਆਂ ਜੇ ਤੁਹਾਡੀ ਕੰਟੀਨਿਊ ਹੋਈਆਂ, ਤੁਹਾਡੇ ਥ੍ਰੈਟਸ ਕੰਟੀਨਿਊ ਆ, ਤਾਂ ਆਪਾਂ ਨੂੰ ਔਨ ਟੋਟਲ ਆਪਾਂ ਇਹ ਮੰਨ ਸਕਦੇ ਹਾਂ ਕਿ ਹਮਲਾ ਤੁਹਾਡਾ ਗੰਭੀਰ ਸੀਗਾ, ਭਾਵੇਂ ਐਕਚੁਅਲ ਦੇ ਵਿੱਚ ਸੱਟ ਤੁਹਾਡੇ ਨਹੀਂ ਵੀ ਲੱਗੀ। ਸੋ 9 ਸਰਕਟ ਉਸ ਬੇਸ ਤੇ ਲਿਮਿਟਡ ਸੀਗਾ, ਉਹ ਕੇਸ ਪਾਸ ਕਰ ਦਿੰਦਾ ਸੀਗਾ। ਤੁਸੀਂ ਕਿਤੇ ਹੋਰ ਚਲ ਜਾਂਦੇ ਹੋ, ਡੈਨਵਰ, ਕੋਲੋਰਾਡੋ ਵਗੈਰਾ, ਇੱਧਰ ਟੈਕਸਸ ਚਲ ਗਏ, ਲੂਜ਼ੀਆਨਾ ਚਲ ਗਏ, ਉਹਦੇ ਵਿੱਚ ਇਦਾਂ ਦਾ ਕੋਈ ਫੈਸਲੇ ਸੀਗੇ ਨਹੀਂ। 9 ਸਰਕਟ ਨਹੀਂ ਸੀਗਾ। ਉਹ ਜਿਹੜੇ ਕੋਰਟ ਸੀਗੇ, ਉਹ ਜਿਹੜੇ ਕੇਸ ਸੀਗੇ ਡਿਨਾਈ ਕਰ ਦਿੰਦੇ ਸੀਗੇ, ਸਿੱਧੇ ਕਹਿ ਕੇ ਕਿ ਨਹੀਂ ਤੇਰੀ ਲੱਤ ਨਹੀਂ ਟੁੱਟੀ, ਤੇਰੀ ਬਾਂਹ ਨਹੀਂ ਟੁੱਟੀ, ਆਪਾਂ ਕੇਸ ਅਪਰੂਵ ਨਹੀਂ ਕਰ ਸਕਦੇ। ਸੋ ਇਹ ਜਿਹੜਾ ਫਰਕ ਸੀਗਾ 9 ਸਰਕਟ ਦੇ ਵਿੱਚ ਤੇ ਬਾਕੀ ਸਰਕਟ ਦੇ ਵਿੱਚ, ਇਹ ਦਸੰਬਰ 'ਚ ਜਿਹੜਾ ਹੁਣ ਫੈਸਲਾ ਆਇਆ, ਉਸ ਤੋਂ ਬਾਅਦ 9 ਸਰਕਟ ਨੇ ਵੀ ਜਿਹੜਾ ਸੀਗਾ ਸੇਮ ਬੋਲੀ ਬੋਲਣੀ ਸ਼ੁਰੂ ਕਰਤੀ। ਸਾਰੇ ਜੱਜਾਂ ਨੇ ਨਹੀਂ, ਕਈ ਜੱਜਾਂ ਨੇ। ਤੇ ਹੁਣ ਗੱਲ ਇਹ ਸੀਗੀ ਕਿ ਜਦੋਂ ਇਹ ਵਾਲਾ ਫੈਸਲਾ ਆ ਜਾਂਦਾ ਕਿਸੇ ਵੀ ਜੱਜ ਦੇ ਕੋਲੋਂ ਦੀ, ਤੇ ਇਹਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਹੁਣ ਸਟ੍ਰਿਕਟ ਜੱਜ ਹੈਗੇ ਆ, ਉਹਨਾਂ ਨੂੰ ਤਾਂ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਇੱਕ ਬਹਾਨਾ ਮਿਲ ਗਿਆ ਨਾ ਕਿ 9 ਸਰਕਟ ਨੇ ਆਹ ਚੀਜ਼ ਏਦਾਂ ਕਹੀ ਹੈ, ਸਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਤੇ ਫਿਰ ਥੱਲੜੇ ਜਿਹੜੇ ਸਰਕਾਰੀ ਵਕੀਲ ਸੀਗੇ, ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕੋਈ ਇੱਕ ਹੈਲਪ ਹੋ ਗਈ। ਉਹ ਵੀ ਇਹ ਕੇਸ ਨੂੰ ਪੇਸ਼ ਕਰਦੇ ਆ ਕਿ ਨਹੀਂ, ਇਹ ਸਿੱਧੇ ਕੇਸ ਨੂੰ ਟਰਮੀਨੇਟ ਕੀਤਾ ਜਾਵੇ, ਕਿਉਂਕਿ ਇਹਨਾਂ ਤੇ ਹਮਲੇ ਘੱਟ ਹੋਏ ਆ। ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਆਪਣੀਆਂ ਲੋਕਾਂ ਦੇ ਜਿਹੜੀਆਂ ਸਿੱਧੀਆਂ ਸੀਗੀਆਂ ਅਗੇਂਸਟ ਜਾਣ ਲੱਗ ਪਈਆਂ, ਕਿਉਂਕਿ ਦਸੰਬਰ 2025 'ਚੋਂ ਫੈਸਲਾ ਆ ਗਿਆ। ਉੱਤੋਂ ਜਿਹੜਾ ਸੁਪਰੀਮ ਕੋਰਟ ਸੀਗਾ, ਉਹਨੇ ਕੀ ਕਹਿਤਾ ਕਿ ਜੇ ਹੁਣ ਆਹੀ ਮੰਨ ਲਓ ਕਿ ਜੱਜ ਜੇ ਗਲਤ ਫੈਸਲਾ ਕਰਦਾ ਥੱਲੇ, ਹਨਾ, ਤੇ ਮੰਨ ਲਓ ਆਪਾਂ ਇਹਨੂੰ ਅਪੀਲ ਕਰਦੇ ਹਾਂ BIA 'ਚ, ਤੇ ਫਿਰ ਦੁਬਾਰਾ 9 ਸਰਕਟ 'ਚ ਜਾਂਦਾ, ਹੋ ਸਕਦਾ ਕਿ ਜਿਹੜਾ ਸਹੀ ਜੱਜ ਸੀਗਾ ਉਹ ਫੈਸਲਾ ਦੇ ਦਿੰਦਾ ਕਿ ਨਹੀਂ, ਹੇਠਲੀ ਅਦਾਲਤ ਨੇ ਗਲਤ ਫੈਸਲਾ ਦਿੱਤਾ, ਉਹ ਫੈਸਲਾ ਰਿਵਰਸ ਕਰ ਦਿੰਦਾ। ਮੋਸਟਲੀ ਉਮੀਦ ਤੇ ਇਹੀ ਸੀਗੀ ਨਾ ਕਿ 9 ਸਰਕਟ 'ਚ ਕਈ ਸਹੀ ਜੱਜ ਵੀ ਹੈਗੇ ਨੇ, ਉਹ ਆਪਣਾ ਜਿਹੜਾ ਸੀਗਾ ਫੈਸਲਾ ਚੇਂਜ ਕਰ ਸਕਦੇ ਆ। ਸੁਪਰੀਮ ਕੋਰਟ ਆ ਕੇ ਕੀ ਕਹਿੰਦਾ ਕਿ ਸੁਪਰੀਮ ਕੋਰਟ ਨੇ ਆ ਕੇ ਕਹਿਤਾ ਕਿ ਜੇ ਜੱਜ ਨੇ ਇੱਕ ਵਾਰੀ ਥੱਲੜੇ
ਇਮੀਗ੍ਰੇਸ਼ਨ ਕੋਰਟ ਦੇ ਵਿੱਚ ਫੈਸਲਾ ਦੇ ਦਿੱਤਾ। ਜਿਹੜਾ ਸਰਕਿਟ ਕੋਰਟ ਸੀਗਾ ਉਹਨੂੰ ਚੇਂਜ ਨਹੀਂ ਕਰ ਸਕਦਾ, ਕਿਉਂਕਿ ਜੇ ਇੱਕ ਵੀ ਜੱਜ ਉਦੋਂ ਦਾ ਫੈਸਲਾ ਦੇ ਸਕਦਾ ਤੇ ਮਤਲਬ ਇਹ ਜੱਜ ਦਾ ਵੀ ਫੈਸਲਾ ਤੁਸੀਂ ਸਹੀ ਮੰਨਣਾ। ਸੋ ਉਹਦੇ ਕਰਕੇ ਜਿਹੜਾ ਸੀਗਾ ਕਿ ਜਿਹੜੇ ਸਹੀ ਜੱਜ ਵੀ ਸੀਗੇ 9th ਸਰਕਿਟ ਦੇ, ਉਹਨਾਂ ਦੇ ਵੀ ਹੱਥ ਜਿਹੜੇ ਸੁਪਰੀਮ ਕੋਰਟ ਨੇ ਬੰਨ੍ਹਤੇ ਇੱਕ ਤਰ੍ਹਾਂ। ਜੀ ਗੱਲ ਉਹੀ ਆ ਜਾਂਦੀ ਰਾਜਕਰਨ ਜੀ ਕਿ ਜਦੋਂ ਕੰਧ ਬਣਾਉਣ ਨਾਲ ਕੁਝ ਨਹੀਂ ਹੁੰਦਾ, ਕੰਧ ਜਿਹੜੀ ਹੁੰਦੀ ਨਾ ਬਾਰਡਰ ਤੇ ਉਹ ਹੈਗੀ ਦਿਖਾਣ ਲਈ, ਪੋਲਿਟਿਕਸ ਲਈ, ਉਦਾਂ ਕੰਧ ਕੁੰਧ ਨਾਲ ਕੁਝ ਨਹੀਂ ਹੁੰਦਾ। ਕੰਧ ਸਾਰੀ ਟੱਪ ਕੇ ਆਏ ਆ, ਸਾਰਿਆਂ ਨੂੰ ਵੀ ਪਤਾ ਕੰਧ ਨਾਲ ਕੁਝ ਨਹੀਂ ਹੁੰਦਾ, ਲੋਹੇ ਦੀ ਕੰਧ ਨਾਲ ਕੁਝ ਨਹੀਂ ਹੁੰਦਾ। ਪਰ ਇਹ ਜਿਹੜੀ ਕਾਗਜ਼ਾਂ ਵਾਲੀ ਜਿਹੜੀ ਕੰਧ ਹੈਗੀ ਨਾ, ਇਹ ਬੜੀ ਟੱਪਣੀ ਔਖੀ ਆ। ਇੱਥੇ ਹੀ ਸਾਰਾ ਜਿਹੜਾ ਉਹਨਾਂ ਦਾ ਫੋਕਸ ਇਸ ਟਾਈਮ ਚੱਲ ਰਿਹਾ ਜੀ। ਸੋ ਬਿਲਕੁਲ। ਸੋ ਤੇ ਦੱਸਦੇ ਜਾਈਏ ਕਾਲਸ ਜਿਹੜੀਆਂ ਉਹ ਅੱਜ ਆਪਾਂ ਜਿਹੜੀਆਂ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਜਿਹੜਾ ਉਹ ਮਾਫੀ ਜਿਹੜਾ ਤੁਹਾਡੇ ਤੋਂ ਚਾਹੁੰਦੇ ਆ। ਸੋ ਜੋ ਇਸ ਟਾਈਮ ਸਿਚੁਏਸ਼ਨ ਦੇ ਵਿੱਚ ਜਿਹੜਾ ਕਾਲਸ ਨਹੀਂ ਲੈ ਸਕਾਂਗੇ, ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੇ ਲਈ ਕਾਲਸ ਦਾ ਲਵਾਂਗੇ। ਇਸ ਸਾਰੇ ਸੰਦਰਭ ਦੇ ਵਿੱਚ ਜਿੱਦਾਂ ਹੁਣ ਬੈਂਚਮਾਰਕ ਔਖਾ ਹੋ ਗਿਆ, ਹੋਰ ਵੀ ਜ਼ਿਆਦਾ ਐਵਰੀਥਿੰਗ, ਮਿਲਟਰੀ ਜੱਜ ਐਡ ਕਰ ਲਓ, ਗਾਰਡੀਅਨਸ਼ਿਪ ਦੇ ਕੇਸ ਵਾਲੀ ਗੱਲ ਆ ਗਈ ਆ, ਕੋਰਟਸ ਦੇ ਵਿੱਚ ਰਵੱਈਏ ਨੂੰ ਲੈ ਕੇ ਸੁਪਰੀਮ ਕੋਰਟ, BIA ਦੀ ਅਪੀਲ। ਸੋ ਜਿਹੜੇ ਲੋਕ ਆ ਜਿਨ੍ਹਾਂ ਦੇ ਕੇਸ ਲੱਗੇ ਹੋਏ ਆ, ਉਹਨਾਂ ਨੂੰ ਤਿਆਰੀ ਦੇ ਪੱਖ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਸੀਰੀਅਸ ਕਹਿ ਦੇਣਾ ਆ, ਬਟ ਕਿੱਦਾਂ ਮਤਲਬ ਹੁਣ ਉਹ ਚੀਜ਼ਾਂ ਕਰਨ ਵੀ, ਹੋਰ ਇਸ ਤੋਂ ਇਲਾਵਾ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਸਾਰਿਆਂ ਨੂੰ? ਸੋ ਦੇਖੋ, ਗੱਲ ਬੜੀ ਸਿੰਪਲ ਜੀ ਹੈਗੀ ਆ। ਜਿਹੜਾ ਇਮੀਗ੍ਰੇਸ਼ਨ ਦਾ ਮਾਹੌਲ ਆ ਸਟ੍ਰਿਕਟ ਆ, ਡਜ਼ ਨਾਟ ਮੈਟਰ ਕਿਹੜੀ ਕੰਟਰੀ ਚੋਂ ਬੰਦਾ ਜਿਹੜਾ ਆਉਂਦਾ, ਠੀਕ ਹੈ। ਉਹ ਜਿਹੜੇ ਉਧਰਲੇ ਪਾਸੇ ਨੂੰ ਜਾ ਰਹੇ ਨੇ ਕਿ ਭਾਈ ਜੇ ਸੱਟ ਫਿੱਟ ਹੀ ਨਹੀਂ ਲੱਗੀ ਬੰਦੇ ਦੇ, ਉਹਦਾ ਕੇਸ ਕਿਉਂ ਅਪਰੂਵ ਕਰੀਏ। ਉਹ ਇੱਥੇ ਤੱਕ ਪਹੁੰਚੇ ਹੋਏ। ਹੁਣ ਜਿਹਦੇ ਲੱਗੀ ਹੈ ਸੱਟ ਫਿੱਟ ਲੱਗੀ ਹੈ, ਜਿਹਦੇ ਨਹੀਂ ਲੱਗੀ ਉਹਦੇ ਨਹੀਂ ਲੱਗੀ ਹੈ। ਸੋ ਹਰੇਕ ਦਾ ਆਪਣਾ ਆਪਣਾ ਲੈਵਲ ਹੈਗਾ ਕੇਸਾਂ ਦਾ। ਇਹਦੇ ਵਿੱਚ ਹੁਣ ਮੇਨ ਪ੍ਰੋਬਲਮ ਇਹ ਸੀਗੀ ਕਿ ਉਹ ਜਦੋਂ ਰਿਕਾਰਡ ਦੇਖਦੇ ਸੀਗੇ ਹਸਪਤਾਲਾਂ ਦੇ, ਉਹ ਚਿੱਠੀਆਂ ਦੇ ਵਿੱਚ ਕਈ ਵਾਰੀ ਲੈਟਰ ਹੈਡ ਤੇ ਡਾਕਟਰ ਦਾ ਨਾਮ ਹੋਰ ਲਿਖਿਆ ਹੁੰਦਾ, ਡਾਕਟਰ ਦੇ ਸਾਈਨ ਹੋਰ ਹੋ ਜਾਂਦੇ ਆ, ਮਤਲਬ ਕਿ ਫਰਾਡ ਦੀ ਇੰਡੀਕੇਸ਼ਨ ਹੁੰਦੀ ਆ ਤੇ ਇਹ ਹਸਪਤਾਲ ਜਾਲੀ ਸੀਗਾ, ਇਹ ਡਾਕੂਮੈਂਟ ਫਰਾਡ ਆ, ਕਿ ਡਾਕਟਰ ਗਵਾਹੀ ਕਿਉਂ ਨਹੀਂ ਦੇਣ ਆ ਰਿਹਾ। ਤੇ ਉਹ ਜਿੱਦਾਂ ਚੀਜ਼ਾਂ ਜਿਹੜੀਆਂ ਸਾਰੀਆਂ ਕੋਰਟ ਦੇ ਸਾਹਮਣੇ ਆ, ਉਹ ਚੀਜ਼ ਨੂੰ ਉਹ ਹੁਣ ਕਾਫੀ ਗੰਭੀਰਤਾ ਨਾਲ ਲੈ ਰਹੇ ਆ। ਉਹ ਇਹ ਸਾਰੇ ਚੀਜ਼ ਨੂੰ ਜਿਹੜਾ ਫਰਾਡ ਮੰਨਦੇ ਆ ਤੇ ਉਧਰ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ ਹੈਗੀਆਂ ਤੇ ਲੋਕਾਂ ਨੂੰ ਸੀਰੀਅਸ ਕਿੱਥੇ ਹੋਣਾ। ਹੁਣ ਇਹੀ ਹੈ ਕਿ ਤੁਸੀਂ ਇਹ ਸਮਝੋ ਕਿ ਸਿਸਟਮ ਜਿਹੜਾ ਸੀਗਾ ਕਾਫੀ ਹੱਦ ਤੱਕ ਜਿਹੜਾ ਕੰਪਰੋਮਾਈਜ਼ਡ ਹੈ, ਕਿਉਂਕਿ ਬਾਰਡਰ ਬੜਾ ਖੁੱਲਾ ਸੀਗਾ। ਉਹਨਾਂ ਕਾਫੀ ਜਿਹੜੇ ਸੀਗੇ ਲੋਕੀ ਡਿਫਾਲਟ ਟਾਈਪ ਦੇ ਕਾਫੀ ਆ ਗਏ ਆ ਤੇ ਵਿੱਚੋਂ ਜਿਹੜੇ ਆਪਣੇ ਕਈ ਜਿਹੜੇ ਪੈਰਾਲੀਗਲ ਸੀ, ਉਹਨਾਂ ਨੇ ਵੀ ਬੋਡੀ ਸ਼ਾਪਾਂ ਜਿੱਦਾਂ ਖੋਲੀਆਂ ਹੋਈਆਂ ਇੱਧਰ ਉੱਧਰ, ਕਿਸੇ ਨੇ ਹਰਿਆਣੇ ਖੋਲੀ, ਕਿਸੇ ਨੇ ਚੰਡੀਗੜ੍ਹ ਖੋਲੀ ਹੋਈ। ਉਹ ਵੀ ਜਿਹੜਾ ਸੀਗਾ ਇੱਕ ਪੈਕੇਜ ਪੁਕੇਜ ਦੇ ਚੱਕਰਾਂ 'ਚ ਜਿਹੜੇ ਇੱਦਾਂ ਦੇ ਕਾਫੀ ਚੀਜ਼ਾਂ ਜਿਹੜਾ ਚੱਲਦੀਆਂ। ਤੇ ਜਿਹੜਾ ਕੋਰਟ ਦੇ ਮੂਹਰੇ ਡੇ ਬਾਏ ਡੇ ਜਿਹੜੀਆਂ ਚੀਜ਼ਾਂ ਜਾ ਜੂ ਕੇ ਹੁਣ ਉਹਨਾਂ ਦੀ ਵੀ ਅੱਤ ਜਿਹੜੀ ਹੋ ਗਈ ਆ। ਸੋ ਇਹ ਸੀਗਾ ਕਿ ਤੁਹਾਨੂੰ ਜੇ ਤਿਆਰੀ ਉਹ ਇਹ ਹੈ ਕਿ ਆਪਣੇ ਕੇਸ ਤੇ ਆਪ ਧਿਆਨ ਦਿਓ, ਉਹਦੇ ਵਿੱਚ ਕੋਈ ਤੁਸੀਂ ਵਿੱਚ ਵਿਚੋਲਾ ਨਾ ਜਿਹੜਾ ਪਵਾਓ। ਅਰਲੀ ਔਨ ਆਪਣੇ ਜਿਹੜੇ ਬਿਆਨ ਵੀ ਹੁਣ ਲਿਖੋ, ਆਪਣੇ ਹੱਥੀ ਕੀ ਹੋਇਆ ਸੀਗਾ, ਕਿੱਦਾਂ ਹੋਇਆ ਸੀਗਾ, ਸਾਰੀਆਂ ਚੀਜ਼ਾਂ ਬਿਲਕੁਲ ਐਂਡ ਤੱਕ ਜਿਹੜੀ ਵੇਟ ਨਾ ਕਰੋ ਤੇ ਆਪਣਾ ਤੁਹਾਡਾ ਕੇਸ ਆ ਉਹੀ ਚੀਜ਼ ਨੇ ਤੁਹਾਨੂੰ ਜਿਹੜਾ ਸੀਗਾ ਪੱਕਾ ਕਰਨਾ। ਇੱਥੇ ਉਹ ਚੀਜ਼ ਵੱਲ ਫੋਕਸ ਕਰੋ, ਬਾਕੀ ਸਾਰੀਆਂ ਸਮੱਸਿਆਵਾਂ, ਬਾਕੀ ਹਰੇਕ ਚੀਜ਼ ਜਿਹੜੀ ਚੱਲਦੀ ਰਹਿਣੀ ਹੈ। ਕੇਸ ਵੱਲ ਜਿਹੜਾ ਧਿਆਨ ਅਰਲੀ ਆਉਣ ਦਿਓ, ਕਿਉਂਕਿ ਤੁਹਾਨੂੰ ਕਿਸੇ ਵੀ ਟਾਈਮ ਜੇ ਤੁਹਾਡੀ ਉਹ ਤਰੀਕ ਛੇਤੀ ਪਾਉਂਦੇ ਆ ਕਿ ਮਿਲਟਰੀ ਜੱਜ ਕਵੇ ਕਿ ਤੇਰੀ ਮਹੀਨੇ 'ਚ ਤਰੀਕ ਆ ਗਈ, ਤਾਂ ਤੁਸੀਂ ਰੈਡੀ ਹੋਣੇ ਚਾਹੀਦੇ ਆ ਤਰੀਕ ਲੜਨ ਲਈ। ਜੀ ਬਿਲਕੁਲ। ਤੇ ਅਟਾਰਨੀ ਟਰਕਿਆਨਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਸ਼ੋਅ ਦੇ ਲਈ। ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ, ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।